ਸਰਕਾਰ ਸਹੀ ਹੈ, ਤੁਸੀਂ ਸਹੀ ਹੋ? ਸਰਕਾਰ ਆਪਣੀ ਜਗ੍ਹਾ ਸਹੀ ਹੈ, ਅਸੀਂ ਆਪਣੀ ਜਗ੍ਹਾ ਸਹੀ ਹੈ। ਤੁਹਾਨੂੰ ਤਾਂ ਫਿਰ ਸੰਤੁਸ਼ਟੀ ਹੋਣੀ ਚਾਹੀਦੀ ਹੈ ਕਿ ਪ੍ਰਭ ਆਸਰਾ ਨੂੰ ਇੰਨੀ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਪ੍ਰਭ ਆਸਰਾ ਕੋਲੇ ਚਲੇ ਜਾਓ। ਨਾਗਰਿਕ ਨੂੰ ਬਚਾਉਣਾ ਜਾਂ ਸੰਵਿਧਾਨ ਨੂੰ ਬਚਾਉਣਾ, ਅਸੀਂ ਨਾਗਰਿਕ ਨੂੰ ਬਚਾਉਣ ਦੇ ਲਈ ਸੰਵਿਧਾਨ ਨੂੰ ਛਿੱਕੇ ਟੰਗਦੇ ਹਾਂ। ਜੇ ਇਸ ਨੂੰ ਕ੍ਰਾਈਮ ਸਮਝਿਆ ਜਾ ਰਿਹਾ ਤਾਂ ਹੀ ਨੋਟਿਸ ਆ ਰਹੇ, ਤਾਂ ਹੀ ਕੇਸ ਪੈ ਰਹੇ ਆ। ਤੁਹਾਨੂੰ ਇਹ ਲੋੜ ਕਿਉਂ ਪਈ ਕਿ ਤੁਸੀਂ ਇਹ ਸੰਸਥਾ ਖੋਲ੍ਹਣੀ ਹੈ? ਜਦੋਂ ਤੁਹਾਨੂੰ ਸਟਰੋਂਗਲੀ ਫੀਲ ਹੋ ਜਾਣ ਲੱਗ ਜਾਣ ਤੇ ਉਸ ਵੇਲੇ ਸਵਾਲ ਖਤਮ ਹੋ ਜਾਂਦਾ ਹੈ। ਇੰਨੇ ਜਣਿਆਂ ਨੂੰ ਸਾਂਭਣਾ, ਉਹਦੇ ਲਈ ਪੈਸੇ ਦੀ ਲੋੜ ਹੈ। ਕੌਣ ਦਿੰਦਾ ਤੁਹਾਨੂੰ ਪੈਸੇ? ਜਿਨ੍ਹਾਂ ਦੇ ਅੰਦਰਲਾ ਇਨਸਾਨ ਜਿਉਂਦਾ, ਜਿਨ੍ਹਾਂ ਨੂੰ ਕੋਈ ਮਾਨਵਤਾ ਦੇ ਨਾਲ ਪਿਆਰ ਹੈਗਾ, ਭਾਵੇਂ ਉਹ ਰਿਕਸ਼ਾ ਚਲਾਉਂਦਾ ਹੈ ਤੇ ਭਾਵੇਂ ਉਹ 3 ਵੀਲਰ ਚਲਾਉਂਦਾ ਹੈ ਤੇ ਭਾਵੇਂ ਉਹ ਟਰੱਕ, ਜਿਹਨੇ ਕਿ ਕਿਸ਼ਤਾਂ ਵੀ ਪੈਂਡਿੰਗ ਪਈਆਂ ਨਹੀਂ, ਪਰ ਉਹ ਰਾਤ ਨੂੰ ਉੱਥੇ ਖੜਾ ਕੇ ਗੋਲਕ 'ਚ ਪੈਸੇ ਪਾ ਕੇ ਜਾਂਦਾ। ਤੁਸੀਂ ਕਹਿ ਰਹੇ ਹੋ ਮੰਦਰ ਗੁਰਦੁਆਰਾ ਚੜਾਵਾ ਨਾ ਚੜਾਇਆ ਜਾਵੇ। ਮੈਨੂੰ ਲੱਗ ਰਿਹਾ ਜੋ ਮੈਂ ਕਹਿ ਰਿਹਾ ਹੈ ਉਸ ਨੂੰ ਗਲਤ ਸਮਝਿਆ ਜਾ ਸਕਦਾ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਤੁਸੀਂ ਸਰਕਾਰ ਤੋਂ ਚਾਹੁੰਦੇ ਕੀ ਹੋ? ਜੇ ਦੱਸੋ ਨਾ ਤੁਸੀਂ। ਮੈਂ ਕੀ ਚਾਹੁੰਦਾ ਹੈਗਾ, ਮੈਂ ਆਪਣੇ ਦੇਸ਼ ਦਾ ਨਾਗਰਿਕ ਜਿਹੜਾ ਹੈਗਾ ਉਹਨੂੰ ਸੜਕਾਂ ਤੇ ਰੋਲ ਕੇ ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਜਿਹੜਾ ਸ਼ਿਕਾਰ ਹੋ ਰਿਹਾ ਹੈ, ਮੈਂ ਕਹਿੰਦਾ ਨਹੀਂ ਹੋਣਾ ਚਾਹੀਦਾ, ਸਾਡੇ ਤੋਂ ਨਹੀਂ ਦੇਖ ਹੁੰਦਾ। ਨਹੀਂ, ਫਿਰ ਅਹਿਸਾਸ ਦੇ ਅੱਗੇ ਹੈ ਜਿਹੜੇ ਨਿਯਮ ਹੈ, ਸਰਕਾਰੀ ਨਿਯਮ ਹੈ ਜਿਹੜੇ ਬਣੇ ਹੋਏ ਆ, ਕਾਨੂੰਨ ਬਣੇ ਹੋਏ ਆ, ਉਹਨੂੰ ਚਿੱਕ ਟੰਗ ਦਈਏ ਫਿਰ। ਜਸਟਿਸ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਅਸੀਂ ਭਾਈ ਕਨ੍ਹਈਆ ਦੇ ਵਾਰਿਸ ਹਾਂ। ਗੁਰੂ ਸਾਹਿਬਾਨਾਂ ਨੇ ਸਾਨੂੰ ਸਰਬੱਤ ਦੇ ਭਲੇ ਦਾ ਫਲਸਫਾ ਦਿੱਤਾ। ਉਸ ਫਲਸਫੇ ਦੇ ਤਹਿਤ ਬਹੁਤ ਲੋਕ ਹੈ ਜਿਹੜੇ ਉਸ ਫਲਸਫੇ ਨੂੰ ਹਕੀਕੀ ਤੌਰ ਤੇ ਜਿਉਣਾ ਚਾਹੁੰਦੇ ਆ, ਸਮਾਜ ਦੀ ਸੇਵਾ ਕਰਨਾ ਚਾਹੁੰਦੇ ਆ, ਪਰ ਜਿਹੜੇ ਸਮਾਜ ਦੀ ਸੇਵਾ ਕਰਦੇ ਆ ਸਵਾਲ ਉਹਨਾਂ 'ਤੇ ਵੀ ਚੁੱਕੇ ਜਾਂਦੇ ਆ। ਮੈਨੂੰ ਵੀ ਬੜਾ ਅਜੀਬ ਲੱਗਦਾ ਕਿ ਉਹਨਾਂ ਸਮਾਜਿਕ ਕਾਰਕੁਨਾਂ 'ਤੇ ਮੈਂ ਸਵਾਲ ਚੁੱਕਾਂ, ਪਰ ਇਹ ਸਵਾਲ ਤੁਹਾਡੇ ਕਰਕੇ ਹੈ। ਜੇ ਇਹ ਸਵਾਲ ਨਹੀਂ ਪੁੱਛੇ ਜਾਣਗੇ ਫਿਰ ਤੁਹਾਨੂੰ ਕਲੈਰਿਟੀ ਨਹੀਂ ਹੋਊਗੀ, ਤੁਹਾਨੂੰ ਜਵਾਬ ਨਹੀਂ ਮਿਲੇਗਾ ਕਿ ਇਹਨਾਂ ਸੰਸਥਾਵਾਂ 'ਤੇ ਸਵਾਲ ਕਿਉਂ ਚੁੱਕੇ ਜਾਂਦੇ ਆ ਤੇ ਸੱਚ ਹੈ ਕੀ ਹੈ। ਇਸੇ ਸੰਬੰਧ ਨਾਲ ਅੱਜ ਗੱਲਬਾਤ ਕਰਨੀ ਹੈ ਪ੍ਰਭ ਆਸਰਾ, ਜਿੱਥੇ ਨਏ ਆਸਰਿਆਂ ਨੂੰ, ਬੇਸਹਾਰਿਆਂ ਨੂੰ, ਜਿਹੜੇ ਆਪਦੀ ਬੁੱਧੀ ਨੂੰ ਭੁੱਲ ਚੁੱਕੇ ਆ, ਜਿਨ੍ਹਾਂ ਨੂੰ ਇਹ ਸਮਝ ਨਹੀਂ ਹੈਗਾ ਕਿ ਸਮਾਜ ਉਹਨੂੰ ਰੱਖੇ ਕਿਵੇਂ, ਉਹਨਾਂ ਦਾ ਸਾਰਥੀ ਬਣਦਾ ਤੇ ਇਸ ਸੇਵਾ ਨੂੰ ਨਿਭਾ ਰਹੇ ਆ ਪ੍ਰਭ ਆਸਰਾ ਸੰਸਥਾਪਕ ਸ਼ਮਸ਼ੇਰ ਸਿੰਘ। ਉਹ ਸਾਡੇ ਨਾਲ ਮੌਜੂਦ ਹੋਣ ਕੇ ਜਿਨ੍ਹਾਂ ਨੂੰ ਪਿਆਰ ਨਾਲ ਵੀਰ ਜੀ ਵੀ ਕਿਹਾ ਜਾਂਦਾ ਹੈ। ਸ਼ਮਸ਼ੇਰ ਸਿੰਘ ਜੀ, ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਜਸ ਪੰਜਾਬੀ ਦੇ ਸਮੂਹ ਸਰੋਤਿਆਂ ਨੂੰ ਵੀ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸ਼ਮਸ਼ੇਰ ਸਿੰਘ ਜੀ, ਪਹਿਲਾਂ ਮੈਂ ਤੁਹਾਡੇ ਤੋਂ ਉਹ ਸਵਾਲ ਕਰਨਾ ਜਿਹੜੇ ਸਵਾਲ ਦੇ ਨਾਲ ਤੁਸੀਂ ਸੁਰਖੀਆਂ ਵਿੱਚ ਆ ਗਏ ਹੋ। ਤੁਸੀਂ ਕਹਿੰਦੇ ਹੋ ਮੈਂ ਸਮਾਜ ਸੇਵਾ ਕਰਦਾ, ਤੁਹਾਡੇ ਗੁਰੂ ਸਾਹਿਬਾਨ ਨੇ ਤੁਹਾਨੂੰ ਫਲਸਫਾ ਦਿੱਤਾ, ਉਸ ਨੂੰ ਅੱਗੇ ਵਧਾਉਣਾ। ਸਰਕਾਰ ਕਹਿੰਦੀ ਹੈ ਕਿ ਟੈਕਸ ਭਰੋ, ਬਿਜਲੀ ਦੇ ਬਿੱਲ ਭਰੋ, ਜਿਹੜੀ ਜਗ੍ਹਾ ਤੁਸੀਂ ਵਧਾਉਣਾ ਚਾਹੁੰਦੇ ਹੋ, ਜਿੱਥੇ ਤੁਹਾਡੇ ਕੋਲੇ ਵੱਧ ਤੋਂ ਵੱਧ ਮਰੀਜ਼ ਆਉਂਦੇ ਆ, ਉਹ ਜਗ੍ਹਾ ਜੇ ਤੁਸੀਂ ਐਕਸਪੈਂਡ ਕਰਦੇ ਹੋ ਤੁਹਾਨੂੰ ਨੋਟਿਸ ਜਾਰੀ ਹੁੰਦੇ ਆ। ਸਰਕਾਰ ਸਹੀ ਹੈ, ਤੁਸੀਂ ਸਹੀ ਹੋ? ਸਰਕਾਰ ਆਪਣੀ ਜਗ੍ਹਾ ਸਹੀ ਹੈ, ਅਸੀਂ ਆਪਣੀ ਜਗ੍ਹਾ ਸਹੀ ਹੈ। ਉਹ ਆਪਣਾ ਕੰਮ ਕਰ ਰਹੇ, ਅਸੀਂ ਆਪਣਾ ਕੰਮ ਕਰ ਰਹੇ। ਤੁਹਾਡੇ ਕੰਮ ਤੇ ਸ਼ੱਕ ਕਿਉਂ ਆ ਸਰਕਾਰ ਨੂੰ? ਸਰਕਾਰ ਨੂੰ ਸਾਡੇ ਕੰਮ ਤੇ ਸ਼ੱਕ ਨਹੀਂ ਹੋਗਾ ਤੇ ਫਿਰ ਉਹਨੂੰ ਆਪਣੇ ਕੰਮ ਦੀ ਉਹ ਜਵਾਬਦੇਹ ਹੋਊਗੀ ਕਿ ਜੇਕਰ ਇਹਨਾਂ ਤੇ ਸ਼ੱਕ ਨਾ ਕੀਤਾ, ਜੇ ਇਹਨਾਂ ਤੇ ਉਂਗਲੀਆਂ ਨਾ ਖੜੀਆਂ ਕੀਤੀਆਂ ਤੇ ਉਂਗਲੀ ਉੱਧਰ ਚਲੀ ਜਾਣੀ। ਫਿਰ ਉਂਗਲੀ ਤਾਂ ਇੱਕੋ ਹੀ ਹੈ ਕਿ ਡਿਊਟੀ ਕਿਹਦੀ ਸੀ? ਪ੍ਰਭ ਆਸਰਾ ਦੀ। ਸਟੇਟ ਦੇ ਵਿੱਚ ਰੂਲ ਰਿਹਾ ਨਾਗਰਿਕ ਹੈ, ਇਹ ਡਿਊਟੀ ਪ੍ਰਭ ਆਸਰਾ ਦੀ ਸੀ ਉਹਨੂੰ ਬਚਾਉਣਾ, ਕਿ ਆ ਸਟੇਟ ਦੀ, ਆ ਦੇਸ਼ ਦੀ ਰਿਸਪੌਂਸਿਬਿਲਿਟੀ ਸੀ। ਜੇ ਪ੍ਰਭ ਆਸਰਾ ਇੱਦਾਂ ਹੀ ਕਰਦਾ ਰਿਹਾ ਤੇ ਫਿਰ ਤੁਹਾਡੇ ਵੱਲੋਂ ਜਦੋਂ ਬੰਦੇ ਨੂੰ ਨਿਊਜ਼ ਸੁਣਾਈ ਜਾਂਦੀ ਹੈ ਨਾ, ਨਿਊਜ਼ ਕੀ ਹੈ? ਨਿਊਜ਼ ਤਾਂ ਇਹੀ ਹੈ ਜਿਸ ਏਜੰਡੇ 'ਤੇ ਅਸੀਂ ਬੈਠੇ ਹਾਂ ਕਿ ਅੱਜ ਬਹੁਤ ਸਾਰੇ ਸਾਡੇ ਸਾਥੀ ਜਿਹੜੇ ਹੱਸਦੇ ਵਸਦੇ ਸੀ ਨਾ ਦੁਨੀਆ ਦੇ ਇਨਸਾਨਾਂ ਦੇ ਵਿੱਚ, ਅੱਜ ਜਿਹੜੇ ਬੇਵਸਤੇ ਲਾਚਾਰ ਹੋ ਗਏ। ਹਾਲਾਤਾਂ ਨੇ, ਪਰੇਸ਼ਾਨੀਆਂ ਨੇ, ਹਾਲਾਤਾਂ ਨੇ ਐਸਾ ਫੋਰਸ ਕਰ ਦਿੱਤਾ, ਆਪਣੀ ਸੰਭਾਲ ਤੋਂ ਮਥਾਜ ਬੇਵਸਤੇ ਲਾਚਾਰ ਨਾਗਰਿਕ ਰੋੜ ਰੋੜ ਕੇ ਮਰ ਰਿਹਾ, ਭਾਵੇਂ ਉਹ ਕੋਠੀ 'ਚ, ਭਾਵੇਂ ਉਹ ਸੜਕ 'ਤੇ, ਡਿਮੈਂਸ਼ੀਆ, ਡਿਪਰੈਸ਼ਨ ਕਾਰਨ। ਸਿਰ ਪਰ ਛੱਤ ਵੀ ਨਹੀਂ ਹੁੰਦੀ, ਸਿਰ ਪਰ ਛੱਤ ਹੈਗੀ ਵੀ ਹੈ ਪਰ ਕੱਢ ਨਹੀਂ ਰਿਹਾ ਕੋਈ ਵੀ। ਭੁੱਖਾ ਪਿਆਸਾ ਹਾਲਾਤਾਂ ਦੀ ਭਿਅੰਕਰ ਪੀੜਾ ਚੱਲ ਰਿਹਾ ਹੈ। ਕਿਸ ਨੂੰ ਦੁੱਖੜੇ ਸੁਣਾਵੇ? ਉਹ ਪ੍ਰਭ ਆਸਰਾ ਨੂੰ ਜਾਂ ਸਰਕਾਰ ਨੂੰ? ਪ੍ਰਭ ਆਸਰਾ ਕੋਲ ਕੀ ਅਥਾਰਟੀ? ਕਿਸ ਨੂੰ ਦੁੱਖੜੇ ਸੁਣਾਵੇ? ਰੋਗਾਂ ਦੀ, ਹਾਲਾਤਾਂ ਦੀ ਭਿਅੰਕਰ ਪੀੜਾ ਚੱਲ ਰਿਹਾ ਹੈ। ਸਾਡੇ ਲੋਕਤੰਤਰ ਦੇਸ਼ ਦੇ ਵਿੱਚ ਲੋਕ ਲਵਾਰਸ ਹੋ ਗਿਆ। ਲੋਕ ਲਵਾਰਸ ਹੋ ਗਏ, ਕਿੱਥੇ ਹੋ ਗਏ? ਆਪਣੇ ਹੀ ਦੇਸ਼ ਦੇ ਵਿੱਚ। ਆਪਣੇ ਦੇ ਹੁੰਦੇ ਹੀ ਲਵਾਰਸ ਹੋ ਗਏ। ਲੋਕਤੰਤਰ ਦੇਸ਼ ਦੇ ਵਿੱਚ ਲੋਕ ਲਵਾਰਸ ਹੋ ਗਏ। ਲੋਕਤੰਤਰ ਦੇਸ਼ ਦੇ ਧਾਰਮਿਕ ਮੁਲਕ ਦੇ ਵਿੱਚ ਅੱਜ ਜਿਹੜਾ ਬੇਵਸਤੇ ਲਾਚਾਰ ਹੋ ਗਿਆ, ਜਿਸ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ, ਉਹ ਇਨਸਾਨ ਰੋਲ ਕੇ ਮਰ ਰਿਹਾ, ਤਰਸ ਰਿਹਾ। ਇਹ ਨਿਊਜ਼ ਹੈ ਅੱਜ ਦੀ, ਪਰ ਇਹ ਸੁਰਖੀਆਂ 'ਚ ਕਿਉਂ ਨਹੀਂ ਪਤਾ ਨਹੀਂ। ਮੈਂ ਤਾਂ ਹੀ ਤੁਹਾਨੂੰ ਸੱਦਿਆ ਸ਼ਮਸ਼ੇਰ ਸਿੰਘ। ਮੈਂ ਜਾਣਨਾ ਚਾਹੁੰਦਾ ਕਿ ਜਿਹੜਾ ਕੰਮ ਸਰਕਾਰਾਂ ਦਾ, ਸਰਕਾਰਾਂ ਨੂੰ ਦਰਦ ਮਹਿਸੂਸ ਨਹੀਂ ਹੁੰਦਾ ਜਿਹੜਾ ਤੁਸੀਂ ਕਹਿੰਦੇ ਮੈਨੂੰ ਦਰਦ ਮਹਿਸੂਸ ਹੁੰਦਾ? ਕਿਉਂ ਨਹੀਂ ਹੁੰਦਾਗਾ? ਕਿਉਂਕਿ ਤੁਸੀਂ ਸੰਵਿਧਾਨ ਤੇ ਇਨਸਾਨ ਦੀ ਗੱਲ ਕਰਦੇ ਹੋ ਵਾਰ-ਵਾਰ। ਸੰਵਿਧਾਨ ਦੀ ਪੂਰੀ ਰਿਸਪੈਕਟ ਕਰਦੇ ਹਾਂ ਅਸੀਂ, ਪਰ ਜੇਕਰ ਸੰਵਿਧਾਨ ਰਸਤੇ 'ਚ ਰੁਕਾਵਟ ਬਣ ਜਾਏ ਇਨਸਾਨ ਨੂੰ ਬਚਾਉਣ ਦੇ, ਨਾਗਰਿਕ ਨੂੰ ਬਚਾਉਣ ਦੇ ਵਿੱਚ, ਉਸ ਵੇਲੇ ਕੀ ਕਰਨਾ ਚਾਹੀਦਾ? ਮੈਂ ਤੁਹਾਡੇ ਥਰੂ ਇਸ ਸਰਕਾਰ ਨੂੰ ਪੁੱਛਣਾ ਚਾਹੁੰਦਾ, ਆਪਣੀ ਬਹੁਤ ਹੀ ਸਤਿਕਾਰਯੋਗ ਸੁਪਰੀਮ ਕੋਰਟ ਨੂੰ ਪੁੱਛਣਾ ਚਾਹੁੰਦਾ
ਕਿ ਜਿਸ ਵੇਲੇ ਬਣੇ ਹੋਏ ਕਾਨੂੰਨਾਂ ਦੇ ਆਧਾਰ ਤੇ ਜਿਹੜੇ ਸੰਵਿਧਾਨ ਦੇ ਵਿੱਚ ਜਿਹੜੀਆਂ ਅਥਾਰਟੀਜ਼ ਨੂੰ ਇਹ ਅਥਾਰਟੀ ਦਿੱਤੀ ਹੈ, ਅਧਿਕਾਰੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਸੰਵਿਧਾਨ ਜਿਸ ਦਾ ਉਹਨੂੰ ਪੇ ਕੀਤਾ ਜਾਂਦਾ ਖੂਨ ਪਸੀਨੇ ਦੀ ਕਮਾਈ ਕਿਹਨਾਂ ਦੀ, ਭਾਵੇਂ ਉਹ ਸੜਕਾਂ ਤੇ ਰੁਲਦਾ, ਜੇਕਰ ਉਹਨੂੰ ਵੀ ਕੋਈ ਰੋਟੀ ਖਵਾਉਂਦਾ ਟੈਕਸ ਉਹਨੂੰ ਵੀ ਜਾਂਦਾ, ਜੇ ਉਹਦੇ ਲਈ ਕੋਈ ਛੱਤ ਬਣਾਉਂਦਾ ਟੈਕਸ ਉਹਨਾਂ ਨੂੰ ਵੀ ਜਾਂਦਾ, ਜੇ ਸੀਮੈਂਟ ਖਰੀਦਦਾ ਇੱਟਾਂ ਖਰੀਦਦਾ ਟੈਕਸ ਉਹਨਾਂ ਨੂੰ ਵੀ ਜਾਂਦਾ, ਉਹਨਾਂ ਦਾ ਵੀ ਟੈਕਸ ਉਹਨਾਂ ਕੋਲ ਜਾਂਦਾ ਜਿਹੜੇ ਸੜਕਾਂ ਤੇ ਰੁਲਦੇ ਆ। ਤੇ ਸਵਾਲ ਤਾਂ ਮੈਂ ਬੇਨਤੀ ਤਾਂ ਇਹੀ ਕਰਦਾ ਹੈਗਾ ਵੀ ਫਿਰ ਲਾਈਕ ਇਸ ਦੇ ਵਿੱਚ ਜਦੋਂ ਸਾਨੂੰ ਬਾਰ-ਬਾਰ ਕਿਹਾ ਜਾਂਦਾ ਹੈ ਨਾ ਕਿ ਇਹ ਪ੍ਰੋਬਲਮ ਪ੍ਰਭ ਆਸਰਾ ਦੀ ਹੈ, ਸਟੇਟ ਦੀ ਜਾਂ ਦੇਸ਼ ਦੀ ਪ੍ਰੋਬਲਮ ਨਹੀਂ ਹੈਗੀ, ਫਿਰ ਮੈਂ ਮਹਿਸੂਸ ਕਰਦਾ ਹੁੰਦਾ। ਤੁਹਾਨੂੰ ਤਾਂ ਫਿਰ ਸੰਤੁਸ਼ਟੀ ਹੋਣੀ ਚਾਹੀਦੀ ਹੈ ਕਿ ਪ੍ਰਭ ਆਸਰਾ ਨੂੰ ਇੰਨੀ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਪ੍ਰਭ ਆਸਰਾ ਕੋਲੇ ਚਲੇ ਜਾਓ, ਜੇ ਕਿਸੇ ਦਾ ਕੋਈ ਦੁਖੀ ਹੈ, ਪ੍ਰਸ਼ਾਸਨ ਹੈ, ਉਹ ਤੁਹਾਡੇ ਤੱਕ ਅਪਰੋਚ ਕਰਦਾ, ਤੁਹਾਨੂੰ ਤਾਂ ਫਿਰ ਸੰਤੁਸ਼ਟੀ ਹੋਣੀ ਚਾਹੀਦੀ ਹੈ ਜਿਹੜੇ ਕੰਮ ਵਿੱਚ ਤੁਸੀਂ ਲੱਗੇ ਹੋ। ਮੇਰੀ ਕਿਹੜੀ ਚੀਜ਼ ਤੋਂ ਅਸੰਤੁਸ਼ਟ ਝਲਕਦਾ ਹੈ ਮੈਂ ਉਹਨੂੰ ਜਾਣਨਾ ਚਾਹੁੰਦਾ। ਮੈਂ ਅਸੰਤੁਸ਼ਟ ਹਾਂ ਇਹਦਾ ਮਤਲਬ ਕਿ ਮੈਂ ਇਹਨਾਂ ਦੀ ਗੱਲ ਕਰ ਰਿਹਾ। ਨਹੀਂ, ਤੁਸੀਂ ਜ਼ਾਹਿਰ ਨਹੀਂ ਕਰਦੇ, ਉਹ ਗੱਲ ਵੱਖਰੀ ਹੈ, ਅੱਛਾ, ਪਰ ਜਿਹੜੇ ਤੁਹਾਨੂੰ ਨੋਟਿਸ ਆ ਰਹੇ ਆ ਉਹਦੇ ਨਾਲ ਮੁਤਾਬਕ ਤਾਂ ਐਂ ਲੱਗਦਾ ਅਸੰਤੁਸ਼ਟ ਹੋ ਤੁਸੀਂ। ਮਤਲਬ ਨੋਟਿਸ ਦੱਸ ਦੇਣਾ ਜਿਹੜਾ ਹੈਗਾ, ਮਤਲਬ ਮੈਨੂੰ ਨਹੀਂ ਇਸ ਦੇ ਬਾਰੇ ਇੰਨਾ ਗਿਆਨ ਕਿ ਜੇਕਰ ਕੋਈ ਨੋਟਿਸ ਆ ਰਿਹਾ ਕਿ ਪ੍ਰਭ ਆਸਰਾ ਢਾਹ ਦਿੱਤਾ ਜਾਵੇ ਜਾਂ ਅਸੀਂ ਢਾਉਣ ਦੇ ਪੈਸੇ ਲਵਾਂਗੇ, ਔਰ ਉਸ ਦੇ ਨਾਲ ਹੀ ਮਿਨਿਸਟਰਾਂ ਤੋਂ ਲੈ ਕੇ ਕਿਹੜਾ ਵਿੰਗ ਹੈ ਮੈਂ ਦੱਸਾਂ ਨਾਮ ਲਵਾਂ, ਲਾਈਕ ਉਹਦੇ ਵਿੱਚ ਜੇ ਹੁਣ ਪਿਛਲੇ ਹਫ਼ਤੇ ਦੀ ਤੁਸੀਂ ਗੱਲ ਕਰੋਗੇ, ਸਾਡਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਹੈਗਾ, ਸਾਡੇ ਡਾਇਰੈਕਟਰ ਹੈਗੇ, ਜੁਆਇੰਟ ਡਾਇਰੈਕਟਰ ਸੋਸ਼ਲ ਸਿਕਿਉਰਿਟੀ ਪੰਜਾਬ ਦੀ, ਹਰਿਆਣੇ ਵਾਲੇ ਦੀ, ਹਰਿਆਣੇ ਦੀ, ਹਿਮਾਚਲ ਵਾਲੇ ਦੀ, ਜਿਹੜਾ ਵੀ ਸਟੇਟ ਦਾ ਹੈਗਾ ਉਹਦੀ ਰਿਸਪੌਂਸਿਬਿਲਿਟੀ ਹੈਗੀ ਹੈ, ਸੰਵਿਧਾਨਕ ਡਿਊਟੀ ਹੈ ਕਿ ਉਹਨੂੰ ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨੀ ਹੈ। ਤੇ ਉਸ ਦੇ ਵਿੱਚ ਜੇਕਰ ਉਹ ਲਾਈਕ ਉਸ ਵੇਲੇ ਉਹ ਪ੍ਰੋਵਾਈਡ ਨਹੀਂ ਕਰ ਪਾ ਰਹੇ ਤੇ ਜਦੋਂ ਪ੍ਰਭ ਆਸਰਾ ਨੂੰ ਚੱਕਦਾ, ਫੋਨ ਕਰਦਾ, ਮੈਂ ਕਿਹਾ ਤੁਸੀਂ ਮੈਨੂੰ ਮੀਟਿੰਗ 'ਚ ਦੱਸਿਆ ਸੀ ਕਿ ਤੁਸੀਂ ਚੱਕ ਨਹੀਂ ਸਕਦੇ, ਇੱਦਾਂ ਕਰ ਨਹੀਂ ਸਕਦੇ, ਸਾਡੇ ਇਹਨੇ ਡਿਪਾਰਟਮੈਂਟ, ਅਸੀਂ ਡਿਪਾਰਟਮੈਂਟ ਬੰਦ ਕਰ ਦਈਏ। ਮੈਂ ਕਿਹਾ ਨਹੀਂ, ਬੰਦ ਨਹੀਂ ਕਰਨੇ, ਡਿਪਾਰਟਮੈਂਟ ਕੰਮ ਕਰ ਲੈਣੇ। ਉਹਨਾਂ ਨੂੰ ਸੰਵਿਧਾਨਕ ਡਿਊਟੀ ਸਮਝਾਉਣੀ ਹੈ, ਉਹਨਾਂ ਦੀ ਅਹਿਸਾਸ ਕਰਾਉਣਾ ਹੈ ਕਿ ਇਸ ਕੁਰਸੀ ਤੇ ਜੇ ਬੈਠਣਾ ਹੈ ਤਾਂ ਰਿਸਪੌਂਸਿਬਿਲਿਟੀ ਹੈਗੀ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਕੀ ਕਰ ਸਕਦੇ ਹਾਂ। ਤੇ ਉਸ ਦੇ ਵਿੱਚ ਜਦੋਂ ਪ੍ਰਭ ਆਸਰਾ ਨੂੰ ਹਨੇਰਾ ਦਿਖਦਾ ਹੈ, ਉਸ ਨਾਗਰਿਕ ਨੂੰ ਫੀਲ ਹੁੰਦਾ ਹੈ ਰਾਤ ਪੈ ਗਈ ਹੈ, ਲੜਕੀ ਸੜਕ ਤੇ ਪਈ ਹੈ, ਉਸ ਵੇਲੇ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਮੈਜੋਰਿਟੀ ਜਦੋਂ ਕਹਿੰਦੇ ਸਾਡੇ ਕੋਲ ਤੇ ਲੇਡੀ ਪੁਲਿਸ ਵੀ ਨਹੀਂ ਹੈ ਇਸ ਲੜਕੀ ਨੂੰ ਚੱਕਣ ਦੇ ਲਈ, ਅਸੀਂ ਰਾਤ ਨੂੰ ਰੱਖਾਂਗੇ ਕਿੱਥੇ, ਅਸੀਂ ਇਸ ਨੂੰ ਰਾਤ ਨੂੰ ਪੁਲਿਸ ਸਟੇਸ਼ਨ ਤੇ ਨਹੀਂ ਰੱਖ ਸਕਦੇ, ਹਸਪੀਟਲ ਕਹਿੰਦਾ ਮੈਂ ਰਿਸੀਵ ਨਹੀਂ ਕਰ ਸਕਦਾ, 108 ਕਹਿੰਦੀ ਮੈਂ ਚੱਕ ਨਹੀਂ ਸਕਦੀ, ਸਟੇਟ ਦੀ ਐਂਬੂਲੈਂਸ ਸਟੇਟ ਦੇ ਨਾਗਰਿਕ ਨੂੰ ਚੱਕ ਨਹੀਂ ਸਕਦੀ, ਸਟੇਟ ਦਾ ਹਸਪੀਟਲ ਸਟੇਟ ਦੇ ਨਾਗਰਿਕ ਨੂੰ ਰਿਸੀਵ ਨਹੀਂ ਕਰ ਸਕਦਾ। ਇਹ ਮਤਲਬ ਲੋਕਤੰਤਰ ਹੈ। ਸੰਵਿਧਾਨ ਕਹਿੰਦਾ ਨਹੀਂ ਤੁਸੀਂ ਰਿਫਿਊਜ਼ ਨਹੀਂ ਕਰ ਸਕਦੇ, ਈਵਨ ਪ੍ਰਾਈਵੇਟ ਹਸਪੀਟਲ ਦੀ ਐਂਬੂਲੈਂਸ ਵੀ ਡਿਨਾਈ ਨਹੀਂ ਕਰ ਸਕਦੀ, ਸਾਡੀ ਸਰਕਾਰ ਦੇ ਹਸਪੀਟਲ ਦੀ ਔਰ ਸਾਡੀ ਸਟੇਟ ਦੀ ਐਂਬੂਲੈਂਸ ਜਿਹੜੀ ਹੈਗੀ ਉਹ ਕਹਿੰਦੀ ਮੈਂ ਚੱਕ ਨਹੀਂ ਸਕਦੀ, ਰਿਸਪੌਂਸਿਬਿਲਿਟੀ ਕੌਣ ਲਊਗਾ ਕਿ ਕੋਈ ਰਿਸੀਵ ਨਹੀਂ ਕਰਦਾ। ਫਿਰ ਪ੍ਰਭ ਆਸਰਾ ਕਹਿੰਦਾ ਵੀ ਮੈਂ ਸੰਵਿਧਾਨ ਦੀ ਰਿਸਪੈਕਟ ਤਾਂ ਕਰਦਾ ਪਰ ਨਾਗਰਿਕ ਨੂੰ ਸੰਵਿਧਾਨ ਤੋਂ ਕੁਰਬਾਨ ਕਰਦਾ ਜਾਂ ਨਾਗਰਿਕ। ਫਿਰ ਅਸੀਂ ਕਹਿੰਦੇ ਹੁੰਦੇ ਆ ਅਸੀਂ ਕਿਸੇ ਕੀਮਤ ਤੇ ਵੀ, ਜਿਸ ਵੇਲੇ ਹਾਲਾਤ ਹੀ ਐਸੇ ਬਣ ਗਏ, ਉਸ ਵੇਲੇ ਨਾਗਰਿਕ ਦੀ ਜਾਨ ਦਾ ਸਵਾਲ ਹੈ ਜਾਂ ਉਹ ਸਵਾਰਥੀ ਲੋਕਾਂ ਦੇ 6 ਔਰਤਾਂ ਜਿਸ ਵੇਲੇ ਪ੍ਰਭ ਆਸਰਾ 'ਚ ਰੇਪ ਤੋਂ ਪੀੜਤ 1 ਮਹੀਨੇ 'ਚ ਆ ਜਾਣ ਕਿੱਦਾਂ ਵਿਸ਼ਵਾਸ ਕਰ ਲਈ ਕਿ ਰਾਤ ਨੂੰ ਉਸ ਲੜਕੀ ਨੂੰ ਸੜਕ ਤੇ ਛੱਡ ਦਈਏ। ਉਸ ਵੇਲੇ ਸਾਡੇ ਕੋਲ ਅਥਾਰਟੀ ਕੋਈ ਨਹੀਂ ਹੈਗੀ। ਪਰ ਜਿਸ ਵੇਲੇ ਸਵਾਲ ਇਹ ਖੜਾ ਹੋ ਗਿਆ ਕਿ ਹੁਣ ਸੰਬੰਧਿਤ ਅਧਿਕਾਰੀ ਜਿਨ੍ਹਾਂ ਕੋਲ ਪਾਵਰ ਹੈਗੀ ਆ, ਅਥਾਰਟੀ ਹੈਗੀ ਹੈ, ਜੇਕਰ ਉਹ ਕਹਿੰਦੇ ਸਾਡੇ ਕੋਲ ਟੀਮ ਨਹੀਂ ਹੈਗੀ, ਤੇ ਉਸ ਵੇਲੇ ਫਿਰ ਨਾਗਰਿਕ ਨੂੰ ਬਚਾਉਣਾ ਜਾਂ ਸੰਵਿਧਾਨ ਨੂੰ ਬਚਾਉਣਾ, ਅਸੀਂ ਨਾਗਰਿਕ ਨੂੰ ਬਚਾਉਣ ਦੇ ਲਈ ਸੰਵਿਧਾਨ ਨੂੰ ਛਿੱਕੇ ਟੰਗਦੇ ਹਾਂ। ਸਾਡੇ ਵਾਸ ਦੀ ਗੱਲ ਨਹੀਂ ਹੈਗੀ। ਜੇ ਇਸ ਨੂੰ ਕ੍ਰਾਈਮ ਸਮਝਿਆ ਜਾ ਰਿਹਾ ਤਾਂ ਹੀ ਨੋਟਿਸ ਆ ਰਹੇ ਆ, ਤਾਂ ਹੀ ਕੇਸ ਪੈ ਰਹੇ ਆ, ਪਰ ਅਸੀਂ ਕਹਿੰਦੇ ਹਾਂ ਵੀ ਲਾਈਕ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਅਸੀਂ ਨਾਗਰਿਕ ਦੇ ਲਈ ਮਹਿਸੂਸ ਕਰਦੇ ਹਾਂ ਕਿ ਸੰਵਿਧਾਨ ਬਣਿਆ, ਸਰਕਾਰਾਂ ਬਣੀਆਂ ਨਾਗਰਿਕ ਲਈ ਬਣੀਆਂ। ਉਸ ਸਿਚੁਏਸ਼ਨ ਦੇ ਵਿੱਚ ਸੰਵਿਧਾਨ ਰੁਕਾਵਟ ਬਣ ਗਿਆ, ਤੁਸੀਂ ਚੱਕ ਨਹੀਂ ਸਕਦੇ ਤੇ ਕੋਈ ਅਥਾਰਟੀ ਜਾਂ ਟੀਮ ਆ ਨਹੀਂ ਰਹੀ। ਉਸ ਵੇਲੇ ਹੁਣ ਨਾਗਰਿਕ ਨੂੰ ਬਚਾਉਣਾ, ਜੇ ਮੈਂ ਪੁੱਛਾਂ ਤੁਹਾਡੇ ਥਰੂ ਪੁੱਛ ਰਿਹਾ ਮੈਂ ਹੁਣ ਵੀ ਉਸ ਹਾਲਾਤ ਦੇ ਵਿੱਚ ਨਾਗਰਿਕ ਨੂੰ ਬਚਾਈਏ ਜਾਂ ਸੰਵਿਧਾਨ ਨੂੰ ਬਚਾਈਏ, ਸਾਨੂੰ ਕਲੀਅਰ ਤਾਂ ਕਰ ਦਿਓ। ਇਸ ਦਾ ਜਵਾਬ ਅੱਜ ਤੱਕ ਅਸੀਂ ਉਡੀਕ ਰਹੇ ਹਾਂ। ਸ਼ਮਸ਼ੇਰ ਸਿੰਘ ਜੀ, ਜਿਹੜੇ ਸਵਾਲ ਤੁਸੀਂ ਖੜੇ ਕਰਦੇ ਪਏ ਹੋ, ਇਹਨਾਂ ਸਵਾਲਾਂ ਦੇ ਵਿੱਚ ਵਜਨ ਤਾਂ ਜ਼ਰੂਰ ਹੈਗਾ, ਪਰ ਸ਼ਮਸ਼ੇਰ ਸਿੰਘ ਜੀ ਜਿਹੜੀ ਸਰਕਾਰ ਦੀ ਤੁਸੀਂ ਗੱਲ ਕਰਦੇ ਹੋ, ਸਰਕਾਰ ਇੱਕ ਪਾਸੇ ਤੁਹਾਡੇ ਤੋਂ ਮਦਦ ਵੀ ਮੰਗਦੀ ਹੈ, ਸਰਕਾਰ ਨੂੰ ਇੱਕ ਪਾਸੇ ਤੁਹਾਡੇ ਤੋਂ ਭਰੋਸਾ ਵੀ ਹੈ, ਉਸ ਦੇ ਬਾਵਜੂਦ ਤੁਹਾਨੂੰ ਇਹ ਨੋਟਿਸ ਜਾਰੀ ਕਰਕੇ ਕੋਈ ਤੁਹਾਡੇ ਨਾਲ ਰੰਜਿਸ਼ ਕੱਢੀ ਜਾ ਰਹੀ ਹੈ, ਕੀ ਹੈ, ਕੀ ਹੈ ਮਾਮਲਾ, ਕੀ ਹੈ, ਮੈਨੂੰ ਇਹ ਸਮਝ ਨਹੀਂ ਆ ਰਿਹਾ। ਵਾਹੀ ਤੇ ਤੁਹਾਨੂੰ ਛੱਡ ਰਹੇ ਹਾਂ, ਪਬਲਿਕ ਤੇ ਡਿਸਾਈਡ ਕਰੇ ਇਸ ਚੀਜ਼ ਨੂੰ, ਸਾਰੇ ਵਿਚਾਰਵਾਨ ਸੱਜਣ ਡਿਸਾਈਡ ਕਰਨਗੇ। ਤਾਂ ਜਵਾਬ ਜਿਹੜਾ ਹੈਗਾ ਸਰਕਾਰ ਦੇ ਸਕਦੀ ਹੈ ਵੀ ਸੋਸ਼ਲ ਵਰਕਰ ਹੈ ਕਿ ਅਸੀਂ ਕ੍ਰਿਮੀਨਲ ਹਾਂ। ਤੇ ਤੁਹਾਡੀ ਜਗ੍ਹਾ ਕੋਈ ਹੋਰ ਹੁੰਦਾ ਉਹਨੇ ਤਾਂ ਕਹਿੰਦਾ ਮੈਂ ਛੱਡ ਦੇਣਾ ਕੰਮ, ਮੈਂ ਨਹੀਂ ਨਿਸ਼ਕਾਮ ਸੇਵਾ ਕਰਦਾ, ਫਿਰ ਨਹੀਂ ਛੱਡ ਦੇਣਾ, ਇੱਕ ਕੰਮ ਛੱਡ ਦੇਣਾ ਜਦੋਂ ਕਿਸੇ ਲਈ ਕਰਦਾ ਫਿਰ ਛੱਡੇਗਾ ਹੀ। ਜੇ ਕਾਰੀ ਮੈਂ ਆਪਣੇ ਲਈ ਰਿਹਾ, ਮੈਂ ਆਪਣੀ ਜ਼ਮੀਰ ਦੀ ਆਵਾਜ਼, ਆਪਣੀ ਆਤਮਾ ਦੀ ਆਵਾਜ਼, ਆਪਣੇ ਅੰਦਰ ਦੀ ਆਵਾਜ਼ ਨੂੰ ਫੋਲੋ ਕਰ ਰਿਹਾ, ਕਿਸੇ ਵਾਸਤੇ ਮੈਂ ਕੁਝ ਵੀ ਨਹੀਂ ਕਰ ਰਿਹਾ, ਆਪਣੇ ਲਈ ਕਰ ਰਿਹਾ। ਮੈਂ ਤਾਂ ਪਰਿਵਾਰ ਦਾ ਜਿਹੜਾ ਬੰਦਾ ਆਪਣੇ ਬੱਚੇ ਨੂੰ ਪਾਲ ਰਿਹਾ ਹੈ, ਆਪਣੇ ਪਰਿਵਾਰ ਨੂੰ ਪਾਲ ਰਿਹਾ, ਆਪਣੇ ਜੀਵਨ ਸਾਥੀ ਦੀ ਹੈਲਪ ਕਰ ਰਿਹਾ ਹੈ,
ਤੇ ਉਹਨੂੰ ਇੱਕ ਫੈਮਿਲੀ ਦੇ ਵਿੱਚੋਂ ਡੇਲੀ ਜਾਂਦਾ ਹੈ ਜਾਂ ਉਹਦੀ ਖਬਰਸਾਰ ਲੈਂਦਾ ਹੈ ਡਾਇਰੈਕਟਲੀ ਇਨਡਾਇਰੈਕਟਲੀ, ਤੇ ਉਹ ਕਿਹਦੇ ਲਈ ਕੰਮ ਕਰ ਰਿਹਾ? ਆਪਣੇ ਲਈ ਕਰ ਰਿਹਾ ਨਾ, ਆਪਣੇ ਪਰਿਵਾਰ ਲਈ ਕਰ ਰਿਹਾ। ਮੈਂ ਵੀ ਆਪਣੇ ਪਰਿਵਾਰ ਲਈ ਕਰ ਰਿਹਾ, ਮੈਂ ਕਿਸੇ ਲਈ ਕਰ ਸਾਰੇ ਰਿਹਾ। ਨੇ ਆਸਰੇ ਆ ਤੁਹਾਨੂੰ ਉਹ ਲੱਗਦਾ ਤੁਹਾਡਾ ਪਰਿਵਾਰ ਆ ਉਹ? ਨਹੀਂ ਲੱਗਦੇ ਤੇ ਫਿਰ ਉਹ ਕਿਹੜੀ ਚੀਜ਼ ਫੋਰਸ ਕਰ ਰਹੀ ਹੈ ਹੁਣ ਤੱਕ? ਮੇਰਾ ਸਵਾਲ ਹੈ ਨਾ ਇਹ, ਜੇ ਨਹੀਂ ਕਰਦੇ ਮੇਰੀ ਪ੍ਰਾਪਰਟੀ ਬਣੀ ਹੋਈ ਹੈ ਕੋਈ ਮੇਰੇ ਨਾਂ ਤੇ? ਜਿੱਦਣ ਸੰਸਥਾ ਖੁੱਲੀ ਹੈ ਉਸ ਤੋਂ ਪਹਿਲਾਂ ਪ੍ਰਾਪਰਟੀ ਕਿਹੜੀ ਸੀ? ਉਸ ਤੋਂ ਘਟੀ ਹੈ ਕਿ ਵਧੀ ਹੈ? ਇਹਦੀ ਇਨਕੁਆਇਰੀ ਕੌਣ ਨਹੀਂ ਕਰ ਸਕਦਾ ਜਾਂ ਕਿਹਨੇ ਨਹੀਂ ਕੀਤੀ ਹੋਊਗੀ? ਬਹੁਤ ਨੇ ਕਰ ਵੀ ਲਈ ਹੈ ਤੇ ਬਹੁਤ ਲੋਕ ਕਰ ਵੀ ਸਕਦੇ ਆ। ਮਿਲਿਆ ਕੁਛ? ਉਹ ਤਾਂ ਉਹਨਾਂ ਨੂੰ ਪੁੱਛਾਂਗੇ ਨਾ। ਚਲੋ ਮੈਂ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਸ਼ਮਸ਼ੇਰ ਸਿੰਘ ਹਰਾਂ ਤੋਂ ਹੋਰ ਵੀ ਸਵਾਲ ਹੋਣਗੇ, ਤੁਹਾਨੂੰ ਕਲੈਰਿਟੀ ਹੋਣੀ ਚਾਹੀਦੀ ਹੈ, ਇਸ ਲਈ ਸਵਾਲ ਕਰ ਰਹੇ ਹਾਂ। ਇਹਨਾਂ ਨੇ ਗੱਲ ਕੀਤੀ ਸਮਾਜ ਸੁਰੱਖਿਆ ਦੀ, ਪਰ ਅਸੀਂ ਸਿਰਫ ਗੱਲ ਕਰਦੇ ਪਏ ਸਰਹੱਦੀ ਸੁਰੱਖਿਆ ਦੀ। ਸਮਾਜੀ ਸੁਰੱਖਿਆ ਪਹਿਲਾਂ, ਸਰਹੱਦੀ ਸੁਰੱਖਿਆ ਕਿੰਨੀ ਜ਼ਰੂਰੀ ਹੈਗੀ ਹੈ? ਸਵਾਲ ਬਹੁਤ ਸਾਰੇ ਆ। ਸੁਰੱਖਿਆ ਬਹੁਤ ਜ਼ਰੂਰੀ ਹੈਗੀ ਹੈ। ਜੇ ਜੀਵਨ ਦੇ ਵਿੱਚ ਸੁਰੱਖਿਆ ਨਹੀਂ ਹੈਗੀ ਤਾਂ ਫਿਰ ਅਸੀਂ ਸੜਕਾਂ ਤੇ ਰੋਲਾਂਗੇ, ਫਿਰ ਇਹੋ ਜਿਹੀ ਕੋਈ ਪ੍ਰਭ ਆਸਰਾ ਸੰਸਥਾ ਹੋਵੇਗੀ ਨਹੀਂ ਹੋਵੇਗੀ? ਜੇ ਹੋਵੇਗੀ ਤਾਂ ਉਹਨਾਂ ਤੇ ਵੀ ਸ਼ੱਕ ਕੀਤਾ ਜਾਵੇਗਾ। ਸਵਾਲ ਇਹੀ ਹੈ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸ਼ਮਸ਼ੇਰ ਸਿੰਘ ਪ੍ਰਭ ਆਸਰਾ ਦੇ ਸੰਸਥਾਪਕ ਉਹ ਸਾਡੇ ਨਾਲ ਮੌਜੂਦ ਹੈਗੇ। ਸ਼ਮਸ਼ੇਰ ਸਿੰਘ ਜੀ, ਤੁਹਾਨੂੰ ਇਹ ਲੋੜ ਕਿਉਂ ਪਈ ਕਿ ਤੁਸੀਂ ਇਹ ਸੰਸਥਾ ਖੋਲ੍ਹਣੀ ਹੈ? ਇਹ ਸਵਾਲ ਵੈਸੇ ਤੁਹਾਨੂੰ ਚੰਗਾ ਨਹੀਂ ਲੱਗਿਆ ਹੋਊਗਾ। ਨਹੀਂ, ਤੁਸੀਂ ਕਹਿ ਰਹੇ ਹੋ ਕਿ ਜ਼ਮੀਰ ਦੀ ਆਵਾਜ਼ ਹੈ। ਇਹ ਜ਼ਮੀਰ ਹੈ ਜਿਹੜਾ ਉਹ 18 ਸਾਲ ਪਹਿਲਾਂ ਕਿਵੇਂ ਜਾਗਿਆ ਸੀਗਾ? ਕਿਵੇਂ ਜਾਗਿਆ ਸੀਗਾ? ਮੈਂ ਉਹੀ ਫੇਰ ਬੇਨਤੀ ਕਰਦਾ ਹਾਂ ਕਿ ਇਹ ਅਸੀਂ ਆਪਣੇ ਅੰਦਰ ਇਸ ਦਾ ਜਵਾਬ ਲਈਏ ਕਿ ਜਿਸ ਤਰੀਕੇ ਨਾਲ ਸਾਡੀ ਲਾਈਫ ਚੱਲਦੀ ਹੈਗੀ ਉਸ ਦੇ ਵਿੱਚ ਜਿਸ ਨੂੰ ਅਸੀਂ ਆਪਣਾ ਸਮਝਦੇ ਹਾਂ, ਜਿਸ ਵੇਲੇ ਸਾਡਾ ਜੀਵਨ ਸਾਥੀ ਆ ਗਿਆ ਉਹਨੂੰ ਅਸੀਂ ਕਿ ਅੱਛਾ ਸਾਡਾ ਜੀਵਨ ਸਾਥੀ, ਉਸ ਵੇਲੇ ਉਸ ਦੇ ਪ੍ਰਤੀ ਅਹਿਸਾਸ ਹੋ ਗਿਆ ਕਿ ਨਹੀਂ ਯਾਰ ਇਹਨੂੰ ਰਹਿਣ ਲਈ ਅਕੋਮੋਡੇਸ਼ਨ ਚਾਹੀਦਾ ਹੈਗਾ। ਦੋ ਬ੍ਰਦਰ ਨੇ, ਉਹਨਾਂ ਦੀ ਸ਼ਾਦੀ ਹੋ ਗਈ, ਪਹਿਲਾਂ ਅਕੋਮੋਡੇਸ਼ਨ ਘੱਟ ਸੀ, ਹੁਣ ਉਹਦੀ ਲੋੜ ਵਿੱਚ ਕਿਉਂ ਬਈ ਕਿਉਂ ਚਾਹੀਦਾ? ਕਿਉਂਕਿ ਮੇਰਾ ਸਾਥੀ ਕਹਿੰਦੇ ਬੱਚਾ ਨਹੀਂ, ਉਹਨੂੰ ਪੜ੍ਹਨ ਵਾਸਤੇ ਇੱਕ ਸਟੱਡੀ ਰੂਮ ਚਾਹੀਦਾ। ਕਿਉਂ ਚਾਹੀਦਾ? ਕਿਉਂਕਿ ਮੇਰਾ ਬੱਚਾ। ਕਿਉਂ ਚਾਹੀਦਾ? ਕਿਉਂਕਿ ਮੇਰਾ। ਜਦੋਂ ਗੱਲ ਆ ਗਈ ਮੇਰੇ ਦੀ, ਜਿਹੜੇ ਬਗਾਨੇ ਲੱਗਦੇ ਆ ਕੋਈ ਪਰਵਾਹ ਨਹੀਂ ਹੈਗੀ। ਜਦੋਂ ਤੁਹਾਨੂੰ ਮੇਰੇ ਫੀਲ ਹੋਣ ਲੱਗ ਜਾਣ, ਸਟਰੋਂਗਲੀ ਫੀਲ ਹੋ ਜਾਣ ਲੱਗ ਜਾਣ, ਤੇ ਉਸ ਵੇਲੇ ਸਵਾਲ ਖਤਮ ਹੋ ਜਾਂਦਾ ਹੈ। ਜਿਵੇਂ ਅਸੀਂ ਆਪਣੇ ਪਰਿਵਾਰਾਂ ਲਈ ਦਿਨ ਰਾਤ ਮਰਦੇ ਹਾਂ, ਅਸੀਂ ਆਪਣੇ ਪਰਿਵਾਰ ਲਈ ਦਿਨ ਰਾਤ ਲੱਗੇ ਹੋਏ ਹਾਂ। ਨਹੀਂ, ਮੈਂ ਹੁਣ ਆਪਦੀ ਗੱਲ ਕਰਾਂ, ਮੇਰਾ ਤਾਂ ਕਦੇ ਨਹੀਂ ਇਹਦਾ ਮਨ ਕੀਤਾ ਵੀ ਰਸਤੇ ਕੋਈ ਲਵਾਰਿਸ ਪਿਆ ਜੇ ਮੈਂ ਉਹਨੂੰ ਲੈ ਕੇ ਜਾਵਾਂ ਕਿਤੇ, ਮੈਂ ਉਹਦੀ ਮਦਦ ਕਰਾਂ। ਮੇਰਾ ਤਾਂ ਨਹੀਂ ਕਦੇ ਮਨ ਕਰਦਾ। ਮੇਰੇ ਅੱਗੇ ਪਤਾ ਨਹੀਂ ਕਿੰਨੇ ਲੋਕ ਹੈ, ਮੈਂ ਮੰਨਦਾ ਪਿਆ ਇਹ। ਨਹੀਂ ਤੁਸੀਂ ਜੋ ਗੱਲਾਂ ਕਰ ਰਹੇ ਹੋ ਇੱਥੋਂ ਫੀਲ ਹੋ ਰਿਹਾ ਕਿ ਤੁਹਾਡੇ ਅੰਦਰ ਫੀਲਿੰਗ ਹੈਗੀ ਹੈ। ਠੀਕ ਹੈ, ਤੁਹਾਡਾ ਗੱਲ ਕਰਨ ਦਾ ਸਮਝਾਉਣ ਦਾ ਢੰਗ ਹੈਗਾ। ਲਾਈਕ ਨਹੀਂ ਫੀਲ ਹੁੰਦਾ ਤੇ ਨਹੀਂ ਕਰਦਾ, ਜੇ ਫੀਲ ਹੁੰਦਾ ਤਾਂ ਕਰਦਾ। ਇਹ 'ਚ ਕੀ ਪ੍ਰੋਬਲਮ ਹੈਗੀ ਹੈ? ਇਹ ਫੀਲਿੰਗ ਮੁੱਕ ਨਹੀਂ ਸਕਦੀ, ਫੀਲਿੰਗ ਰਹੂਗੀ ਸਦਾ। ਫੀਲਿੰਗ ਜਿਹੜੀ ਹੁੰਦੀ ਹੈ ਹਮੇਸ਼ਾ ਉਸ ਵੇਲੇ ਮੁੱਕਦੀ ਹੈ ਜਿਸ ਵੇਲੇ ਬੰਦਾ ਆਪਣੇ ਐਕਸਪੀਰੀਅੰਸ ਬੇਸਡ ਨਾ ਜੀ ਰਿਹਾ ਹੋਵੇ, ਜਿਸ ਨੂੰ ਕੋਈ ਹੋਰ ਹੀ ਮਤਲਬ ਇਮੋਸ਼ਨਲ ਜਿਹੜੀਆਂ ਲਾਈਕ ਜਜ਼ਬਾਤੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਬਹੁਤ ਕੁਛ ਭਾਵੇਂ ਦੇਖਣ ਨੂੰ ਉੱਚੀਆਂ ਬਹੁਤ ਲੱਗਣ, ਵੱਡੀਆਂ ਜਨਮ ਦੇ ਦੇਣ ਕਿਸੇ ਲਹਿਰਾਂ ਨੂੰ, ਪਰ ਜਿਹੜੀਆਂ ਐਕਸਪੀਰੀਅੰਸ ਬੇਸਡ ਹੁੰਦੀਆਂ ਉਹਨੂੰ ਤੁਸੀਂ ਕਿਵੇਂ ਚੇਂਜ ਕਰ ਦੋਗੇ? ਜੇ ਤੁਹਾਨੂੰ ਪਤਾ ਹੈ ਵੀ ਪਾਣੀ ਨਾਲ ਪਿਆਸ ਬੁਝਦੀ ਹੈ ਤੇ ਤੁਸੀਂ ਪਾਣੀ ਨੂੰ ਕਿਵੇਂ ਕਹਿ ਦੋਗੇ ਵੀ ਨਹੀਂ ਪਾਣੀ ਨਾਲ ਪਿਆਸ ਨਹੀਂ ਬੁਝਦੀ, ਮੈਂ ਪਾਣੀ ਤੋਂ ਬਿਨਾਂ ਜੀ ਲਾਂਗਾ? ਨਹੀਂ, ਮੇਰੀ ਪਿਆਸ ਬੁਝਦੀ ਹੈ ਜਦੋਂ ਜਿਸ ਚੀਜ਼ ਨਾਲ, ਤੇ ਮੈਂ ਆਪਣੇ ਲਈ ਕਰ ਰਿਹਾ, ਕਿਸੇ ਲਈ ਥੋੜਾ ਕਰ ਰਿਹਾ। ਨਹੀਂ, ਫਿਰ ਅਹਿਸਾਸ ਦੇ ਅੱਗੇ ਹੈ ਜਿਹੜੇ ਨਿਯਮ ਹੈ, ਸਰਕਾਰੀ ਨਿਯਮ ਹੈ ਜਿਹੜੇ ਬਣੇ ਹੋਏ ਆ, ਕਾਨੂੰਨ ਬਣੇ ਹੋਏ ਆ, ਉਹਨੂੰ ਚਿੱਕੜ ਟੰਗਦੀ ਹੈ। ਫਿਰ ਕਾਨੂੰਨ ਇਹ ਬਣਿਆ ਹੋਇਆ ਹੈ ਕਿ ਆਪਣੇ ਇਸ ਦੇਸ਼ ਦੇ ਵਿੱਚ ਆਪਣੇ ਦੇਸ਼ ਦਾ ਨਾਗਰਿਕ ਨਹੀਂ ਰੋਲਣ ਦੇਣਾ, ਕਾਨੂੰਨ ਇਹ ਬਣਿਆ ਹੋਇਆ ਹੈ। ਤੇ ਮੈਂ ਤੁਹਾਡੇ ਥਰੂ ਜਾਣਨਾ ਵੀ ਚਾਹੁੰਦਾ ਕਿ ਕਾਨੂੰਨ ਨਹੀਂ ਹੈਗਾ। ਜੇ ਹੈਗਾ ਤਾਂ ਕਾਨੂੰਨ ਦੇ ਰਖਵਾਲੇ ਭੁੱਲ ਗਏ ਆ, ਸੰਵਿਧਾਨ ਦੀ ਕਸਮ ਖਾਣ ਵਾਲੇ ਜੇ ਭੁੱਲ ਗਏ ਆ ਤਾਂ ਅਸੀਂ ਤੇ ਨਹੀਂ ਭੁੱਲੇ। ਸਰਕਾਰ ਦੀ ਆਪਣੀ ਡਿਊਟੀ ਹੈ, ਸਰਕਾਰ ਦੇ ਵਿੱਚ ਅੱਗੇ ਵਿੰਗ ਆ ਗਏ ਸਾਰੇ, ਠੀਕ ਹੈ, ਬਿਊਰੋਕਰੇਟਸੀ ਆਪਣੀ ਡਿਊਟੀ ਹੈ, ਉਹਨੇ ਐਗਜ਼ੀਕਿਊਟ ਕਰਨਾ, ਉਹਨੇ ਬਣਾਉਣਾ। ਜਦੋਂ ਉਹ ਬਣਾਉਣ ਵਾਲਿਆਂ ਨੂੰ ਜੇ ਲੋੜ ਮਹਿਸੂਸ ਹੁੰਦੀ ਹੈ, ਇੰਨੀ ਵਾਰ ਸੰਵਿਧਾਨ 'ਚ ਅਮੈਂਡਮੈਂਟ ਹੋ ਗਈ, ਜੇ ਹੁਣ ਜ਼ਿਆਦਾ ਤੁਹਾਨੂੰ ਪਤਾ ਵੀ ਇੰਡੋਰ ਫੈਸਿਲਿਟੀ ਜਾਂ ਸਾਡੀ ਡਿਪਰੈਸ਼ਨ ਰੇਟ ਇੰਨਾ ਵੱਧ ਚੁੱਕਿਆ ਹੈ, ਤੇ ਉਹਦੇ ਲਈ ਇਨਫਰਾਸਟ੍ਰਕਚਰ ਜੇਕਰ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਸਾਡੇ ਕੋਲ ਜਿਹਨਾਂ ਕੋਲ ਵੋਟਾਂ ਲੈਣ ਜਾਂਦੇ ਹਾਂ, ਅਸੀਂ ਜਦੋਂ ਉਸ ਵੇਲੇ ਪ੍ਰੋਬਲਮ ਲੈ ਕੇ ਆਉਂਦੇ ਹਾਂ, ਅਸੀਂ ਕਿ ਅਸੀਂ ਸੇਵਾ ਦਾ ਮੌਕਾ ਦਿਓ, ਅਸੀਂ ਇਹਦਾ ਨਹੀਂ ਕਿ ਅਸੀਂ ਰੂਲ ਕਰਨ ਦਾ ਮੌਕਾ ਦਿਓ, ਸਰਵ ਕਰਨ ਦਾ ਮੌਕਾ ਦਿਓ ਕਿਹਾ ਸੀ ਨਾ। ਤੇ ਉਹ ਹੁਣ ਉਸ ਸੇਵਾ ਲਈ ਤੁਹਾਡੇ ਕੋਲ ਪਹੁੰਚੇ ਤੇ ਉਸ ਵੇਲੇ ਦੇਖਦੇ ਹਾਂ ਕਿੱਥੇ ਭੇਜੀਏ ਇਹਦੇ ਪ੍ਰਭਾਵ ਅਸਰ। ਨਹੀਂ, ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹੋ, ਤੁਹਾਡੇ ਕੋਲ ਕਿੰਨੇ ਉੱਥੇ ਲੋਕ ਹੈ? ਸਾਡੇ ਕੋਲ ਇਸ ਵੇਲੇ ਲਗਭਗ 450 ਪਲੱਸ ਹੋਣਗੇ। ਉਸ ਜਗ੍ਹਾ ਦੇ ਮੁਤਾਬਕ ਤੁਸੀਂ ਉਸ ਰੂਲਸ ਹੈ ਉਹਨਾਂ ਨੂੰ ਫੋਲੋ ਕਰਦੇ ਪਏ ਹੋ? ਜਿੰਨੀ ਜਗ੍ਹਾ ਦੇ ਵਿੱਚ ਇਹਨਾਂ ਸਾਰਿਆਂ ਨੂੰ ਰੱਖਿਆ ਜਾਣਾ ਚਾਹੀਦਾ, ਅਸੀਂ ਇੱਕ ਰੂਲ ਫੋਲੋ ਕਰਦੇ ਹਾਂ ਕਿ ਇਨਸਾਨ ਸੜਕ ਤੇ ਨਹੀਂ ਰੁਲਣਾ ਚਾਹੀਦਾ। ਸੜਕ ਤੇ ਭੁੱਖਾ ਪਿਆਸਾ ਜਿਸ ਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ, ਜਿਹਨੂੰ ਕੋਈ ਇਨਸਾਨ ਰੋਟੀ ਖਿਲਾ ਕੇ ਤੇ ਕੱਪੜੇ ਦੇ ਕੇ ਅੱਗੇ ਨਿਕਲ ਜਾਂਦਾ ਹੈ, ਸਲੂਟ ਹੈ ਉਹਨਾਂ ਦੀ ਭਾਵਨਾਵਾਂ ਨੂੰ, ਪਰ ਲੋੜ ਸੀ ਉਹਨਾਂ ਨੂੰ ਟ੍ਰੀਟਮੈਂਟ ਦੀ, ਇਨਵਾਇਰਨਮੈਂਟ ਦੀ। ਕੁਛ ਇਨਵਾਇਰਨਮੈਂਟ ਇੱਦਾਂ ਦਾ ਮਿਲਿਆ ਜਿਹਨੇ ਉਹਨਾਂ ਨੂੰ ਮਤਲਬ ਇਹ ਮੈਂਟਲ ਸਟ੍ਰੈਸ ਇੰਨਾ ਕ੍ਰੀਏਟ ਕਰਤਾ ਕਿ ਡਿਪਰੈਸ਼ਨ ਚਲੇ ਗਏ ਹੈ। ਉਹਨਾਂ ਨੂੰ ਉਸ ਇਨਵਾਇਰਨਮੈਂਟ ਦੀ ਲੋੜ ਹੈ, ਕੇਵਲ ਕੱਪੜੇ ਦੀ ਲੋੜ ਨਹੀਂ ਤੇ ਕੇਵਲ ਰੋਟੀ ਪਾਣੀ ਦੀ ਲੋੜ ਨਹੀਂ ਹੈਗੀ, ਪਰ ਸਲੂਟ ਹੈ ਉਹਨਾਂ ਦੀ ਭਾਵਨਾ ਜਿਹਨਾਂ ਨੇ ਇਹ ਤੇ ਕੀਤਾ। ਹੁਣ ਜਦੋਂ ਤੀਜਾ ਦਿਨ ਆਇਆ, ਮੈਨੂੰ ਫੋਨ ਆਇਆ ਕਿ ਜਿਹੜਾ ਅੰਬਾਲਾ ਤੋਂ ਖਰੜ ਤੋਂ ਅੰਬਾਲਾ ਰੋਡ ਤੋਂ, ਕਹਿੰਦੇ ਔਰਤ ਅੱਜ ਤੀਜਾ ਦਿਨ ਹੈ ਮੇਰੇ ਸਾਹਮਣੇ ਜਿਹੜੀ ਹੈਗੀ ਹੈ 22 ਸਾਲ ਦੀ ਔਰਤ ਹੈ ਔਰ ਇਹ ਪ੍ਰੈਗਨੈਂਟ ਹੈਗੀ ਹੈ, ਕਿਸੇ ਵੇਲੇ ਵੀ ਬੱਚੇ ਨੂੰ ਜਨਮ ਦੇ ਸਕਦੀ ਹੈ। ਅੱਜ ਮੇਰੇ ਕੋਲ ਗੱਡੀ ਅੱਗੇ ਨਹੀਂ ਨਿਕਲ ਰਹੀ, 2 ਦਿਨ ਤੋਂ ਮੈਂ ਇਗਨੋਰ ਕਰਕੇ ਜਾ ਰਿਹਾ।
ਕਹਿੰਦੇ 8 ਵਜੇ ਮੈਨੂੰ ਕੁਝ ਨਹੀਂ ਦਿਖ ਰਿਹਾ, ਮੈਂ ਕੀ ਕਰਾਂ, ਨਾ ਮੈਨੂੰ ਕੁਝ ਇਸ ਵੇਲੇ ਮੈਂ ਫੋਨ ਕਰਕੇ ਰਿਸਪੌਂਸ ਮਿਲਿਆ ਹੈ। ਤੁਹਾਡਾ ਨੰਬਰ ਮਿਲਿਆ ਮੈਨੂੰ, ਤੇ ਮੈਂ ਕਿਹਾ ਤੁਸੀਂ ਰੁਕੋ, ਉੱਥੇ ਅਸੀਂ ਪਹੁੰਚ ਰਹੇ ਹਾਂ। ਕਹਿੰਦੇ ਨਹੀਂ, ਮੈਂ ਗੱਡੀ 'ਚ ਆਪਣੀ 'ਚ ਲਿਆ ਸਕਦਾ ਹਾਂ। ਉਹ ਰਾਤ ਨੂੰ ਸਾਡੇ ਕੋਲ ਲੈ ਕੇ ਪਹੁੰਚੇ ਤੇ 8:30 ਵਜੇ ਅਸੀਂ ਦੀ ਐਡਮਿਸ਼ਨ ਜਿਹੜੀ ਲਗਭਗ ਸਿਵਲ ਹਸਪੀਟਲ ਦੇ ਵਿੱਚ ਕਰਵਾ ਦਿੱਤੀ ਹੈ। 5 ਦਿਨਾਂ ਬਾਅਦ ਬੱਚੇ ਨੇ ਜਨਮ ਲਿਆ ਤੇ ਬੱਚਾ ਬਿਲਕੁਲ ਨਾਰਮਲ। ਤੇ ਉਸ ਵੇਲੇ ਕਾਨੂੰਨ ਨੂੰ ਛਿੱਕੇ ਟੰਗਿਆ ਅਸੀਂ, ਤੇ ਅਸੀਂ ਉਸ ਕਾਨੂੰਨ ਨੂੰ ਅਸੀਂ ਛਿੱਕੇ, ਜਦੋਂ ਕਹਿੰਦੇ ਵੀ ਛਿੱਕੇ ਟੰਗਿਆ, ਅਸੀਂ ਛਿੱਕੇ ਇਸ ਕਰਕੇ ਟੰਗਿਆ ਹੈ ਕਿਉਂਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ, ਕਾਨੂੰਨ ਦੇ ਰਖਵਾਲਿਆਂ ਨੇ ਤਾਂ ਛਿੱਕੇ ਟੰਗਤਾ, ਤੇ ਉਸ ਹਾਲਾਤਾਂ 'ਚ ਅਸੀਂ ਕਰਦੇ ਕੀ, ਇੱਥੋਂ ਤੱਕ ਮੈਨੂੰ ਕਾਨੂੰਨ ਦੀ ਉਲੰਘਣਾ ਕਰਨੀ ਪਈ। ਹਾਲਾਤ ਇਹ ਬਣ ਗਿਆ ਕਿ ਜਿਹੜੀ ਲੜਕੀ, ਮਤਲਬ ਲੜਕੀ ਦੇ ਰਾਤ ਨੂੰ ਫੋਨ ਆ ਰਿਹਾ 11:30 ਵਜੇ, ਉਹਨੇ ਦੱਸਦਾ ਕਿ ਮੈਂ 100 ਨੰਬਰ ਨਹੀਂ ਜੀ, ਇਕੱਲੀ 181 ਨੰਬਰ ਨਹੀਂ ਜੀ, ਮੈਂ ਵੂਮਨ ਹੈਲਪਲਾਈਨ ਨਹੀਂ ਜੀ, ਇਕੱਲੀ 112 ਨਹੀਂ ਜੀ, ਮੈਂ ਸਾਰੀਆਂ ਹੈਲਪਲਾਈਨਸ 'ਤੇ ਫੋਨ ਕਰਨ ਤੋਂ ਬਾਅਦ ਮੈਨੂੰ ਨਾ ਹੈਲਪ ਮਿਲਣ ਕਰਕੇ ਤੁਹਾਡਾ ਨੰਬਰ ਮਿਲੇ, ਮੈਂ ਫੋਨ ਕਰ ਰਹੀ ਹਾਂ। ਮੇਰੇ ਫਾਦਰ ਦੀ ਡੈਥ ਤੋਂ ਬਾਅਦ ਮਦਰ ਜਿਹੜੀ ਹੈ ਬਹੁਤ ਸਟ੍ਰੈਸ ਗਈ ਯਾਰ, ਸੁਸਾਈਡ ਕਰਨ ਦੀ ਅੱਜ ਬਾਰ-ਬਾਰ ਕੋਸ਼ਿਸ਼ ਕਰ ਰਹੀ, ਔਰ ਮੈਨੂੰ ਬਹੁਤ ਮਾਰਿਆ। ਮੈਂ ਕਮਰੇ ਤੋਂ ਬਾਹਰ ਆਇਆ ਇਸ ਵੇਲੇ, ਉਹ ਕਮਰੇ ਦੇ ਅੰਦਰ ਉਹਨੇ ਲੌਕ ਕੀਤਾ ਆਪਣੇ ਆਪ ਨੂੰ, ਤੇ ਉਹ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਨਹੀਂ ਪਤਾ ਮੈਂ ਆਪਣੀ ਮਾਂ ਨੂੰ ਕਿਵੇਂ ਬਚਾਵਾਂ, ਤੇ ਸਾਨੂੰ ਉਸ ਵੇਲੇ ਦਰਵਾਜ਼ਾ ਤੋੜਨਾ ਪਿਆ। ਹੁਣ ਮੈਂ ਦੇਖੋ ਟੀਵੀ ਤੇ ਬੋਲ ਰਿਹਾ ਤੁਹਾਡੇ ਸਾਹਮਣੇ, ਆਪਣੇ ਦੱਸ ਇੱਕ ਵਾਰ ਥੋੜਾ ਕਰਨਾ ਪਿਆ। ਕੀ ਕਰਦਾ ਉਸ ਵੇਲੇ ਮੈਂ ਫੋਨ ਕੀਤੇ, ਰਿਜ਼ਲਟ ਨਹੀਂ ਆਇਆ ਸਾਹਮਣੇ ਇੱਕਦਮ। ਤੇ ਉਸ ਵੇਲੇ ਲਾਈਕ ਸਾਨੂੰ ਉਸ ਸਾਡੇ ਦੇਸ਼ ਦੀ ਮਹਿਲਾ ਨੂੰ ਬਚਾਉਣ ਦੇ ਲਈ, ਸਾਡੇ ਜ਼ਿਲ੍ਹੇ ਦੀ ਗੱਲ ਹੈ ਇਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗੱਲ ਹੈ ਜੀ, ਉਹਨੂੰ ਬਚਾਉਣ ਦੇ ਲਈ ਦਰਵਾਜ਼ਾ ਤੋੜਨਾ ਪਿਆ। ਸਾਈਕੈਟ੍ਰਿਸਟ ਨੂੰ ਆਪਣੀ ਨਾਲ ਲੈ ਕੇ, ਆਪਣਾ ਮੈਡੀਕਲ ਜਿਹੜਾ ਸਾਡਾ ਸਟਾਫ ਹੈਗਾ ਉਹਨੂੰ ਨਾਲ ਲੈ ਕੇ, ਉਹਦੇ ਇੰਜੈਕਸ਼ਨ ਉਹਦੀ ਇੱਛਾ ਤੋਂ ਉਲਟ ਲਗਾਉਣਾ ਪਿਆ, ਫਿਰ ਉਹਨੂੰ ਹਸਪੀਟਲ ਸ਼ਿਫਟ ਕਰਨਾ ਪਿਆ। ਸਾਡੇ ਕੋਲ ਨਹੀਂ ਪਾਵਰ ਹੈਗੀ ਇਹਦੇ ਘਰ 'ਚ ਐਂਟਰ ਕਰਨ ਦੀ, ਪਰ ਕਰੀਏ ਕੀ? ਜਦੋਂ ਵਿਧਵਾ ਕਹਿੰਦੀ ਹੈ ਮੇਰੇ ਬੱਚੇ ਨੇ ਮੇਰੀ ਲੱਭਾਂ ਵੀ ਤੋੜਤੀ, ਟੀਵੀ ਟੂਵੀ ਸਭ ਤੋੜਤੇ ਹੈ, ਕੋਈ ਪਿੰਡ ਦਾ ਬੰਦਾ ਸਾਡੇ ਅੰਦਰ ਨਹੀਂ ਵੜ ਰਿਹਾ, ਮੈਂ ਕੀ ਕਰਾਂ? ਮੈਂ ਕਿਹਾ ਪੁਲਿਸ ਨੂੰ ਫੋਨ ਕਰਨਾ ਸੀ, ਕਹਿੰਦੇ ਇੱਥੇ ਆ ਕੇ ਰਿਪੋਰਟ ਲਿਖਾਓ। ਭਾਵੇਂ ਸਾਰੇ ਇਦਾਂ ਦੇ ਨਹੀਂ ਹੈਗੇ, ਪਰ ਮੈਂਟਲ ਹੈਲਥ ਐਕਟ ਦੀ ਅਵੇਅਰਨੈਸ ਵੀ ਕਿੱਥੇ? ਮੈਂਟਲ ਹੈਲਥ ਕੇਅਰ ਐਕਟ 2017 'ਚ ਅਮੈਂਡ ਹੋ ਗਿਆ, ਪਰ ਅਵੇਅਰਨੈਸ ਹੀ ਨਹੀਂ ਹੈ, ਕਿਸੇ ਨੂੰ ਪਤਾ ਹੀ ਨਹੀਂ ਸਾਡੀ ਰਿਸਪੌਂਸਿਬਿਲਿਟੀ ਕੀ ਹੈਗੀ ਹੈ। ਪੁਲਿਸ ਤੋਂ ਬਿਨਾਂ ਨਹੀਂ ਕੋਈ ਉਹਨਾਂ ਨੂੰ ਕੁਝ ਸਾਈਕੈਟ੍ਰਿਸਟ। ਤੁਸੀਂ ਖੁਦ ਕੀ ਕੀਤਾ ਹੋਇਆ, ਤੁਹਾਨੂੰ ਇਸ ਬਾਰੇ ਪਤਾ ਹੈਗਾ ਕੀ ਕੁਆਲੀਫਿਕੇਸ਼ਨ ਕੀ ਤੁਹਾਡੀ ਸੁਸ਼ੇਸ਼? ਮੈਂ ਆਪਣੇ ਉਹ ਵੀ ਪੁੱਛਣਾ ਚਾਹੁੰਦਾ ਮੈਂ, ਜਾਂ ਸਿਰਫ ਇੱਕ ਜ਼ਮੀਰ ਦੀ ਆਵਾਜ਼ ਹੈ? ਟੋਟਲੀ ਜ਼ਮੀਰ ਦੀ ਆਵਾਜ਼ ਨਾਲ। ਹਾਂ, ਮੈਨੂੰ ਕਿਸੇ ਪਹਿਲੀ ਗੱਲ, ਮੈਂ ਪੜ੍ਹਿਆ ਹੋਇਆ ਲਾਈਕ ਸਕੂਲ 'ਚ ਤਾਂ ਪੜ੍ਹਿਆ ਨਹੀਂ ਹੈਗਾ ਹੈ ਨਾ। ਹਾਂ, ਜੇ ਪੜ੍ਹਿਆ ਤਾਂ ਛੋਟਾ ਜਿਹਾ ਇੱਕ ਡਿਪਲੋਮਾ ਕੀਤਾ ਫਾਰਮੇਸੀ ਦਾ, ਆਪਣੀ ਫਾਰਮੇਸੀ ਰਨ ਕਰ ਰਿਹਾ ਸੀ ਦੋ ਜਗ੍ਹਾ ਤੇ, ਪਰ ਇਹ ਫਾਰਮੇਸੀ ਪੜ੍ਹਾਇਆ ਨਹੀਂ ਗਿਆ, ਸਕੂਲ 'ਚ ਪੜ੍ਹਾਇਆ ਨਹੀਂ ਗਿਆ ਸਾਨੂੰ। ਸਾਡੀ ਮਤਲਬ ਸਾਡਾ ਸੰਵਿਧਾਨ ਕੀ ਕਹਿੰਦਾ, ਤੁਸੀਂ ਰੋਡ ਤੇ ਚੱਲਣਾ ਕਿਵੇਂ, ਸਾਨੂੰ ਨਹੀਂ ਪੜ੍ਹਾਇਆ ਗਿਆ। ਸਾਨੂੰ ਇਨਸਾਨ ਬਣਨ ਦੀ ਐਜੂਕੇਸ਼ਨ ਨਹੀਂ ਮਿਲੀ। ਅਸੀਂ ਕੀ ਪੜ੍ਹੇ ਆ ਫਿਰ ਕਿ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਉਹਨਾਂ ਨੂੰ ਤੰਗ ਕੀਤਾ ਜਾਵੇ? ਅਸੀਂ ਇਹ ਪੜ੍ਹੇ? ਅਸੀਂ ਇਹ ਪੜ੍ਹੇ, ਕੁਰਸੀਆਂ ਬਣਦੀਆਂ ਕਿੱਦਾਂ ਤੇ ਬਚਦੀਆਂ ਕਿੱਦਾਂ। ਹਾਂ, ਅਸੀਂ ਪੈਸਾ, ਪਦਾਰਥ ਤੇ ਪਦਵੀਆਂ ਤੇ ਜਾਣਾ ਕਿੱਦਾਂ ਤੇ ਉਹਨਾਂ ਨੂੰ ਕਾਇਮ ਕਿੱਦਾਂ ਰੱਖਣਾ। ਅਸੀਂ ਦੂਜੇ ਨੂੰ ਪਿੱਛੇ ਛੱਡਣਾ ਤੇ ਆਪ ਅੱਗੇ ਕਿੱਦਾਂ ਨਿਕਲਣਾ, ਦੂਜੇ ਨੂੰ ਨੀਵਾਂ ਕਿਵੇਂ ਦਿਖਾਉਣਾ ਤੇ ਆਪ ਚੰਗੇ ਸਾਬਤ ਆਪਣੇ ਆਪ ਨੂੰ ਕਿਵੇਂ ਕਰਨਾ। ਇਹ ਪੜ੍ਹਾਈ ਸਾਨੂੰ ਪੜ੍ਹਾਈ ਗਈ ਹੈ ਕਿ ਸਭ ਤੋਂ ਅੱਗੇ ਨਿਕਲਣਾ, ਪੈਸਾ ਇਦਾਂ ਕਮਾਉਣਾ। ਮੈਂ ਕਿਹਾ ਪ੍ਰਿੰਸੀਪਲ ਇੰਪੋਰਟੈਂਟ ਕਿ ਪੈਸਾ? ਕਹਿੰਦੇ ਪੈਸੇ ਬਿਨਾਂ ਕੁਝ ਨਹੀਂ ਹੈ। ਮੈਂ ਕਿਹਾ ਪ੍ਰਿੰਸੀਪਲ? ਕਹਿੰਦੇ ਕੋਈ ਗੱਲ ਨਹੀਂ, ਪ੍ਰਿੰਸੀਪਲ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਪੈਸਾ ਤਾਂ ਹੋਵੇ। ਇਹ ਪੜ੍ਹਾਈ ਸਾਨੂੰ ਇੱਕ ਮਸ਼ੀਨ ਜੀ ਬਣਾ ਕੇ ਕੱਢ ਦਿੱਤਾ ਗਿਆ। ਪੈਸਾ ਕਮਾਉਣ ਵਾਲੀ, ਇਨਸਾਨ ਬਣਾਉਣ ਵਾਲੀ ਪੜ੍ਹਾਈ ਸਾਨੂੰ ਨਹੀਂ ਮਿਲੀ। ਇਸ ਕਰਕੇ ਮਤਲਬ ਸਾਡੇ ਸਮਾਜ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਗੁਆਂਢ ਦੇ ਵਿੱਚ ਬੰਦਾ ਤੜਫ ਰਿਹਾ ਹੈ, ਤੇ ਉਸ ਨੂੰ ਵੈਰੀ ਰੇਅਰ, ਵਿਰਲਿਆਂ ਨੂੰ ਛੱਡ ਕੇ ਕਿਸੇ ਨੂੰ ਉਹਨਾਂ ਦੀ ਗੱਲ ਕਰਨ ਵਾਲਾ ਵੀ ਕੋਈ ਨਹੀਂ ਦੇਖਦਾ। ਚਲੋ, ਤੁਸੀਂ ਪ੍ਰਿੰਸੀਪਲ ਤੇ ਪੈਸੇ ਦੀ ਗੱਲ ਕੀਤੀ ਹੈ, ਤੁਸੀਂ ਕਹਿ ਰਹੇ ਮੈਂ ਪ੍ਰਿੰਸੀਪਲ ਅਡਾਪਟ ਕਰਦਾ, ਇੰਨੇ ਜਣਿਆਂ ਨੂੰ ਸਾਂਭਣਾ, ਉਹਦੇ ਲਈ ਪੈਸੇ ਦੀ ਲੋੜ ਹੈ, ਕੌਣ ਦਿੰਦਾ ਤੁਹਾਨੂੰ ਪੈਸੇ? ਇਹਨਾਂ ਲਈ ਪੈਸੇ ਜਿਹੜੇ ਕਿ ਜਿਨ੍ਹਾਂ ਦੇ ਅੰਦਰਲਾ ਇਨਸਾਨ ਜਿਉਂਦਾ, ਜਿਨ੍ਹਾਂ ਨੂੰ ਕੋਈ ਮਾਨਵਤਾ ਦੇ ਨਾਲ ਪਿਆਰ ਹੈਗਾ, ਜਿਨ੍ਹਾਂ ਦੇ ਅੰਦਰ ਸਮਾਜ ਦਾ ਦਰਦ ਹੈਗਾ, ਭਾਵੇਂ ਉਹ ਰਿਕਸ਼ਾ ਚਲਾਉਂਦਾ ਹੈ ਤੇ ਭਾਵੇਂ ਉਹ 3 ਵੀਲਰ ਚਲਾਉਂਦਾ ਤੇ ਭਾਵੇਂ ਉਹ ਟਰੱਕ, ਜਿਹਨੇ ਕਿ ਕਿਸ਼ਤਾਂ ਵੀ ਪੈਂਡਿੰਗ ਪਈਆਂ ਨਹੀਂ, ਪਰ ਉਹ ਰਾਤ ਨੂੰ ਉੱਥੇ ਖੜਾ ਕੇ ਗੋਲਕ 'ਚ ਪੈਸੇ ਪਾ ਕੇ ਜਾਂਦਾ। ਤੇ ਤੁਹਾਡੇ ਵੱਲੋਂ ਟਰਾਂਸਪੇਰੈਂਸੀ ਕਿਵੇਂ ਰੱਖੀ ਜਾਂਦੀ ਹੈ? ਕਿਉਂਕਿ ਇਹ ਸਵਾਲ ਪੁੱਛਣ ਲੱਗਾ ਮੈਂ ਖੁਦ ਵੀ ਤੰਗ ਹੈ, ਪਰ ਇਹ ਸਵਾਲ ਪੁੱਛਿਆ ਜਾ ਰਿਹਾ। ਨਹੀਂ, ਕਿਉਂ ਪੁੱਛਣ ਲੱਗੇ ਕਿਉਂ ਤੰਗ ਹੈ? ਮੇਰਾ ਵੀ ਸਵਾਲ ਹੈ ਕਿਉਂ ਤੰਗ ਹੈ। ਹਾਂ, ਮੈਂ ਇਹੀ ਕਹਿ ਰਿਹਾ ਵੀ ਕਿਉਂ ਨਹੀਂ ਪੁੱਛਿਆ ਜਾ ਸਕਦਾ, ਕਿਉਂ ਨਹੀਂ ਪੁੱਛਿਆ ਜਾਂਦਾ ਹੈ? ਜੇ ਸਰਕਾਰ ਨੂੰ ਪੁੱਛਿਆ ਜਾ ਸਕਦਾ, ਸਾਨੂੰ ਕਿਉਂ ਨਹੀਂ ਪੁੱਛਿਆ ਜਾ ਸਕਦਾ? ਕਿਉਂ ਨਹੀਂ ਪੁੱਛਿਆ ਜਾ ਸਕਦਾ? ਜੇ ਤੁਸੀਂ ਸਭ ਕੁਝ ਸਾਫ਼ ਸਪਸ਼ਟ ਹੈ ਤੁਹਾਡਾ, ਫਿਰ ਸਰਕਾਰ ਤੁਹਾਨੂੰ ਤੰਗ ਕਿਉਂ ਕਰਦੀ? ਵੈਰੀ ਗੁੱਡ। ਇਹ ਹੁਣ ਸਰਕਾਰ ਨੂੰ ਪੁੱਛਣਾ ਚਾਹੀਦਾ ਕਿ ਮੈਨੂੰ ਪੁੱਛਣਾ ਚਾਹੀਦਾ? ਜਿਹੜਾ ਬੰਦਾ ਤੰਗ ਕਰਦਾ ਉਹਨੂੰ ਪੁੱਛਣਾ ਚਾਹੀਦਾ। ਤੰਗ ਮੈਂ ਫੇਰ ਕਹਿੰਦਾ ਵੀ ਤੰਗ ਨਹੀਂ ਕਰਦੇ, ਉਹ ਆਪਣੀ ਡਿਊਟੀ ਕਰ ਰਹੇ, ਮੈਂ ਆਪਣੀ ਡਿਊਟੀ ਕਰ ਰਿਹਾ। ਉਹਨਾਂ ਦੀ ਆਪਣਾ ਨਜ਼ਰੀਆ ਹੈ, ਨਜ਼ਰੀਆ ਜਿਹੜਾ ਬਿਲੀਵਸ ਹੈ, ਨਜ਼ਰੀਆ ਤੇ ਮੇਰਾ ਆਪਣਾ ਹੈਗਾ। ਮੈਂ ਤਾਂ ਨਹੀਂ ਕਹਿੰਦਾ ਮੈਨੂੰ ਤੰਗ ਹੋਣਾ ਤਾਂ ਮੇਰੀ ਆਪਣੀ ਹੀ ਵੀਕਨੈਸ ਹੋਊਗੀ। ਜੀਜਸ ਸੂਲੀ ਤੇ ਚੜ ਕੇ ਕਿਹਾ ਮੈਨੂੰ ਤੰਗ ਕੀਤਾ, ਕਹਿੰਦਾ ਈਸ਼ਵਰ ਇਹਨਾਂ ਦਾ ਭਲਾ ਕਰੇ, ਇਹਨਾਂ ਨੂੰ ਪਤਾ ਨਹੀਂ ਕੀ ਕਰ ਰਹੇ। ਗੁਰੂ ਨਾਨਕ ਦੇਵ ਗੁਰੂ ਮਤਲਬ ਜਿਹੜੇ ਮਰਜ਼ੀ ਉਸ ਪਰਮ ਸੱਚ ਦੇ ਅਨੁਭਵੀ ਪੁਰਸ਼ ਨੂੰ ਜਿਹਨੇ ਕਿ ਆਪਣੇ ਆਪ ਨੂੰ ਪਛਾਣ ਲਿਆ,
ਜਿਹਨੇ ਕਿ ਅਲਟੀਮੇਟ ਸੱਚ ਨੂੰ ਰਿਅਲਾਈਜ਼ ਕੀਤਾ। ਤਤੀ ਤਵੀ ਤੇ ਬੈਠ ਕੇ ਵੀ ਕੀ ਕਹਿ ਰਹੇ ਹੋ। ਗੁਰੂ ਗੋਬਿੰਦ ਸਿੰਘ ਜਿਹੜਾ ਮਰਜ਼ੀ ਪੜ੍ਹ ਲਓ ਤੁਸੀਂ, ਇੰਨਾ ਕੁਛ ਹੋ ਚੁੱਕਿਆ, ਪਰ ਉਹਨਾਂ ਨੇ ਵੱਡੇ ਵੱਡੇ ਦਵਾਖਾਨੇ ਖੋਲੇ ਲੋੜ ਮੁਤਾਬਕ। ਉਹਨਾਂ ਨੇ ਅੱਜ ਗੱਲ ਵੱਖਰੀ ਹੈ, ਮੈਨੂੰ ਬਜ਼ੁਰਗ ਹੁਣ ਯਾਦ ਆ ਗਿਆ ਇੱਕ ਬਜ਼ੁਰਗ ਦਾ, ਜਿਸ ਵੇਲੇ ਸੜਕ ਤੇ ਪਏ ਸੀ ਬਜ਼ੁਰਗ, ਠੰਡ ਬਹੁਤ ਜ਼ਿਆਦਾ ਸੀ, ਜਨਵਰੀ ਦਾ ਮਹੀਨਾ ਸੀ। ਇੱਕ ਨਹੀਂ ਕੇਸ ਹੈਗਾ, ਐਸੇ ਬਹੁਤ ਸਾਰੇ ਕੇਸ ਹੈ, ਪਰ ਮੈਂ ਇੱਕ ਦੀ ਹੁਣ ਸ਼ੇਅਰ ਕਰ ਲਾਂ ਤਾਂ ਅੱਗੇ ਗੱਲ ਵਿੱਚ ਆ ਗਈ ਸਾਹਮਣੇ। ਜਦੋਂ ਮੈਨੂੰ ਨੌਜਵਾਨਾਂ ਨੇ ਦੱਸਿਆ ਕਿ ਅਸੀਂ ਰੋਟੀ ਪਾਣੀ ਦਿੰਦੇ ਸੀ, ਪਰ ਇਸ ਵੇਲੇ ਇਹਨਾਂ ਨੂੰ ਪਾਣੀ ਵੀ ਡਾਈਜੈਸਟ ਨਹੀਂ ਹੁੰਦਾ, ਤੇ ਉਹਦੇ ਕੋਲ ਗਏ, ਨੀਚੇ ਖੋਈ ਸਮਝਦੇ ਹੋਣਗੇ ਜਿਹਦਾ ਸਾਨੂੰ ਮਤਲਬ ਚੀਨੀ ਬਣਦੀ ਹੈਗੀ ਹੈ, ਨੀਚੇ ਖੋਈ ਵਿਛਾਈ ਸੀ, ਪਰ ਪਤਲਾ ਜਿਹਾ ਕੰਬਲ ਲਿਆ ਸੀ, ਧੁੰਦ 10 ਫੁੱਟ ਤੋਂ ਬੰਦਾ ਨਹੀਂ ਸੀ ਦਿਖ ਰਿਹਾ। ਕਹਿੰਦੇ ਪਿੱਛੇ ਹਟ ਜਾ ਮੇਰੇ ਲਾਗੇ ਨਾ। ਮੈਂ ਕਿਹਾ ਨਹੀਂ ਨਹੀਂ ਤੁਸੀਂ ਇੱਦਾਂ ਕਿਉਂ ਕਹਿ ਰਹੇ? ਜਾਂ ਤੀਜੀ ਵਾਰ ਉਹਨੇ ਕਿਹਾ, ਮੈਂ ਤੁਸੀਂ ਇੱਦਾਂ ਕਿਉਂ ਕਹਿ ਰਹੇ ਹੋ? ਕਹਿੰਦੇ ਮੈਂ ਬਹੁਤ ਗੰਦਾ ਤੇ ਵਿੱਚੇ ਸਭ ਕੁਝ ਪਾਸ ਕਰੀ ਜਾ ਰਹੇ ਜੇ ਮੇਰੇ ਲਈ ਕੁਝ ਕਰ ਸਕਦਾ ਟੋਆ ਪੱਟ ਲੈ ਤੇ ਮੈਨੂੰ ਦੱਬ ਦੇ। ਮੈਂ ਕਿਹਾ ਨਹੀਂ ਤੁਸੀਂ ਠੀਕ ਹੋ ਜਾਣਾ। ਚਲੋ ਅਸੀਂ ਉਸ ਵੇਲੇ ਸਾਡੇ ਕੋਲ ਇੱਥੇ ਬਿਲਡਿੰਗ ਪਟਿਆਲੇ 'ਚ ਨਹੀਂ ਸੀ, ਕਿਰਾਏ ਦੀਆਂ ਬਿਲਡਿੰਗਾਂ ਸਾਡੇ ਕੋਲ ਖਰੜ ਦੇ ਵਿੱਚ ਸੀ, ਤੇ ਉਸ ਵੇਲੇ ਥੋੜੀ ਦੇਰ 'ਚ ਹੀ ਉਹ ਥੋੜੇ ਦਿਨਾਂ 'ਚ ਹੀ ਇੰਪਰੂਵ ਹੋਏ ਬੜੀਆਂ। ਲਾਈਕ ਉਹਨਾਂ ਨੇ ਬਹੁਤ ਆਪਣੇ ਐਕਸਪੀਰੀਅੰਸ ਸ਼ੇਅਰ ਕਰਨੇ ਹਨ, ਤੇ ਉਹਨਾਂ ਨੂੰ ਬਾਣੀ ਵੀ ਬੜੀ ਕੰਠ ਸੀ, ਤੇ ਉਹਨਾਂ ਦੀਆਂ ਜਿਹੜੇ ਉਹਨੇ ਫੀਲਿੰਗਸ ਬਾਰ-ਬਾਰ ਸ਼ੇਅਰ ਕਰਨੀਆਂ। ਕਹਿੰਦੇ ਹੇ ਮਾਲਕ ਤੇਰੇ ਨਾਂ ਦੇ ਘਰ ਤਾਂ ਰੋਜ਼ ਨਵੇਂ-ਨਵੇਂ ਬਣ ਰਹੇ ਹੈ, ਤੇਰੇ ਬੰਦੇ ਜਿਹੜੇ ਬੇਵਾਸੇ ਲਾਚਾਰ ਹੋ ਗਏ ਰੋਲ ਕੇ ਮਰ ਰਹੇ ਹੈ। ਹੇ ਮਾਲਕ ਤੇਰੇ ਘਰਾਂ ਨੂੰ ਸੋਨਾ ਲਾ ਲਾ ਕੇ ਸ਼ਿੰਗਾਰਿਆ ਜਾ ਰਿਹਾ, ਹਰਬੰਦਰ ਇਹ ਸਰੀਰ ਹੈ ਇਹ ਤਾਂ ਗਾਇਆ ਜਾ ਰਿਹਾ ਨਾ। ਕਹਿੰਦੇ ਤੇਰੇ ਘਰਾਂ ਨੂੰ ਸੋਨਾ ਲਾ ਲਾ ਕੇ ਸ਼ਿੰਗਾਰਿਆ, ਜਿਹੜਾ ਬੰਦਾ ਤੇਰਾ ਹੈ ਨਾ ਬੇਵਾਸੇ ਲਾਚਾਰ ਹੋ ਗਿਆ, ਉਹ ਦੁਰਕਾਰਿਆ ਜਾ ਰਿਹਾ। ਕਹਿੰਦੇ ਕੈਸਾ ਧਰਮ ਹੈ, ਰੂਹਾਨੀਅਤ ਕੈਸੀ ਹੈ, ਕੈਸੀ ਸਮਾਜ ਸੇਵਾ ਹੈ, ਇਨਸਾਨੀਅਤ ਕੈਸੀ ਹੈ। ਨਾਲੇ ਕਹਿੰਦੇ ਵੀ ਧਰਮ ਜਿਹੜਾ ਦਇਆ ਦੇ ਵਿੱਚੋਂ ਪੈਦਾ ਹੁੰਦਾ ਹੈ, ਕਹਿੰਦੇ ਦਇਆ ਦਾ ਤਾਂ ਗਲ ਵੱਧਦਾ ਜਾ ਰਿਹਾ। ਅੱਜ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਜਿਨ੍ਹਾਂ ਨੇ ਸਰਵੰਸ ਲਾ ਕੇ ਇਨਸਾਨੀਅਤ ਨੂੰ ਜਿੰਦਾ ਰੱਖਿਆ। ਤੁਸੀਂ ਕਹਿ ਰਹੇ ਹੋ ਮੰਦਰ ਗੁਰਦੁਆਰਾ ਚੜਾਵਾ ਨਾ ਚੜਾਇਆ ਜਾਵੇ। ਹਾਂ ਨਹੀਂ ਮੈਂ ਕਿੱਥੇ ਕਹਿ ਰਿਹਾ, ਮੈਂ ਕੀ ਕਹਿ ਰਿਹਾ ਮੈਂ ਜੋ ਕਹਿ ਰਿਹਾ ਮੈਨੂੰ ਲੱਗ ਰਿਹਾ ਜੋ ਮੈਂ ਕਹਿ ਰਿਹਾ ਹੈ ਉਸ ਨੂੰ ਗਲਤ ਸਮਝਿਆ ਜਾ ਸਕਦਾ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਪਰ ਉਹ ਇਨਸਾਨ ਜਿਹੜੇ ਕਿ ਮਹਿਸੂਸ ਕਰਨਗੇ ਕਿ ਮੈਂ ਕਹਿਣਾ ਕੀ ਚਾਹੁੰਦਾ ਹੈਗਾ। ਤੁਸੀਂ ਇਹ ਕਹਿਣਾ ਚਾਹੁੰਦੇ ਗੁਰੂ ਦੇ ਇਨਸਾਨ ਨੂੰ ਪਹਿਲਾਂ ਪੁੱਛੋ। ਮੈਂ ਕਹਿੰਦਾ ਵੀ ਉਹਨਾਂ ਨੇ ਜੋ ਤੁਹਾਨੂੰ ਪਵਿੱਤਰ ਗ੍ਰੰਥਾਂ ਦੇ ਵਿੱਚ ਲਿਖ ਕੇ ਦਿੱਤਾ ਹੈ, ਡੈਮੋ ਦੇ ਕੇ ਜਦੋਂ ਤੁਹਾਨੂੰ ਸਮਝਾ ਦਿੱਤਾ ਹੈ, ਹੁਣ ਹੋਰ ਕੋਈ ਕਲੈਰੀਫਿਕੇਸ਼ਨ ਦੀ ਲੋੜ ਰਹੇਗੀ? ਉਹ ਕਹਿੰਦੇ ਮੇਰੇ ਕੋਲ ਕੀ ਕਰਨਾ ਹੈ ਰਸਤੇ 'ਚ? ਕਹਿੰਦੇ ਤੂੰ ਮੇਰੀ ਹੈਲਪ ਨਹੀਂ ਕੀਤੀ, ਰਸਤੇ ਮੈਂ ਤੇਰੇ ਕੋਲ ਮੰਗਿਆ ਸੀ। ਗੁਰੂ ਨਾਨਕ ਦੇਵ ਜੀ ਨੂੰ ਪੜ੍ਹ ਲਿਓ। ਨੀਚਾਂ ਅੰਦਰ ਨੀਚਾ ਤੇ ਨੀਚੀ ਅਤ ਨੀਚ। ਲੋਕ ਉਸ ਵੇਲੇ ਬੰਦਿਆਂ ਨੂੰ ਬੰਦੇ ਨਹੀਂ ਸਮਝਦੇ, ਜਿਹੜਾ ਸੀ ਕਮਜ਼ੋਰ ਹੁੰਦਾ ਸੀ, ਜਿਹੜਾ ਲਾਚਾਰ ਹੁੰਦਾ ਸੀ, ਜਿਨ੍ਹਾਂ ਨੂੰ ਕੋਈ ਜਾਤਾਂ ਗੋਤਾਂ ਦੇਸ਼ਾਂ ਪ੍ਰਾਂਤਾਂ ਕੌਮਾਂ ਮਜ਼੍ਹਬਾਂ ਦੇ ਆਧਾਰ ਤੇ ਵੰਡ ਕੇ ਰੱਖਤਾ ਸੀ ਰੱਬ। ਇੱਕ ਕਹਿਣ ਵਾਲਿਆਂ ਨੇ ਰੱਬ ਦੇ ਬੰਦਿਆਂ ਨਾਲੇ ਵਿਤਕਰੇ ਕਰਨੇ ਸ਼ੁਰੂ ਕਰਤੇ, ਤੇ ਅੱਜ ਵੀ ਹੋ ਰਹੇ ਆ। ਅੱਜ ਵੀ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਵਿਤਕਰਾ, ਇਹ ਵਿਤਕਰਾ ਸ਼ਬਦ ਹੈ ਜਿਹੜਾ ਉਹ ਆਮ ਤੌਰ ਤੇ ਪ੍ਰਚਲਿਤ ਹੋ ਚੁੱਕਿਆ। ਇਸ ਵਿਤਕਰੇ ਵਿੱਚੋਂ ਕੋਈ ਸਾਥ ਹੈ ਜਿਹੜਾ ਉਹ ਕਿਵੇਂ ਲੱਭਿਆ ਜਾਵੇਗਾ? ਸਰਕਾਰਾਂ, ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ, ਜਿਹੜੇ ਇਨਸਾਨ ਹੈ ਸਾਡੇ ਸਮਾਜ ਦੇ ਵਿੱਚ ਦੱਬੇ ਕੁਚਲੇ ਲੋਕ ਹੈ, ਉਹਨਾਂ ਦੀ ਆਵਾਜ਼ ਕੌਣ ਸੁਣੇਗਾ? ਸਵਾਲ ਬਹੁਤ ਸਾਰੇ ਹੈ, ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਅੱਜ ਬੈਠੇ ਹੋਏ ਆ, ਤੇ ਵਾਪਸ ਆ ਕੇ ਫਿਰ ਪੁੱਛੂੰਗਾ ਜ਼ਰੂਰ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸ਼ਮਸ਼ੇਰ ਸਿੰਘ ਸਾਡੇ ਨਾਲ ਮੌਜੂਦ ਹੈਗੇ। ਸ਼ਮਸ਼ੇਰ ਸਿੰਘ ਜੀ, ਤੁਹਾਨੂੰ ਵੀਰ ਜੀ ਕਿਉਂ ਕਹਿਣ ਲੱਗ ਪਏ? ਮੈਂ ਪੜ੍ਹ ਰਿਹਾ ਸੀ ਕਿਤੇ ਤੁਹਾਡੇ ਬਾਰੇ, ਉਹ ਕਹਿੰਦੇ ਵੀਰ ਜੀ ਤੁਹਾਨੂੰ ਕਹਿੰਦੇ ਆ। ਕਿਸੇ ਨੂੰ ਫੀਲਿੰਗ ਆਈ ਹੋਣੀ ਵੀ ਆਪਸ ਵਿੱਚ ਜਿਹੜਾ ਵੀਰ ਹੁੰਦਾ ਹੈ ਥੋੜਾ ਉਹਦੀ ਗੱਲ ਸੁਣ ਲੈਂਦਾ ਹੁੰਦਾ, ਵੀ ਹੋਰ ਨਹੀਂ ਸੁਣਦੇ ਹੈਗੇ ਥੋੜਾ ਬਹੁਤ, ਸ਼ਾਇਦ ਕਿਸੇ ਨੂੰ ਇਹ ਚੀਜ਼ ਰਿਫਲੈਕਟ ਹੋਈ ਹੋਣੀ, ਉਹਨੇ ਕਹਿ ਦਿੱਤਾ ਹੋਣਾ। ਮੈਂ ਤਾਂ ਜਜਮੈਂਟ ਹੀ ਕਰ ਸਕਦਾ। ਉਸ ਤੋਂ ਬਾਅਦ ਤੁਹਾਡੇ ਨਾਮ ਨਾਲ ਜੁੜ ਗਿਆ ਇਹ? ਚਲੋ ਤਾਂ ਜੋੜਨ ਵਾਲੇ ਨੇ ਜੋੜ ਦਿੱਤਾ, ਮੇਰੇ ਦੇ ਨਾਲ ਗੱਲਾਂ ਨਾਲ ਸੰਬੰਧ ਹੀ ਨਹੀਂ ਕੋਈ। ਇਕੱਲੇ ਉਹ ਥੋੜਾ ਕਹਿੰਦੇ ਤੁਹਾਨੂੰ ਜਿਹੜੇ ਨੋਟਸ ਤੇ ਲਿਖਿਆ ਹੁੰਦਾ ਉਹਦੇ 'ਚ ਤਾਂ ਬੜਾ ਕ੍ਰਿਮੀਨਲ ਵੀ ਕਿਹਾ ਗਿਆ ਮੈਨੂੰ। ਤੇ ਵੀਰ ਜੀ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਜਾਂਦੇ ਆ, ਤੇ ਉਸ ਤੋਂ ਬਾਅਦ ਜਿੰਨੇ ਲੋਕ ਉੱਥੇ ਗਏ ਜਿਨ੍ਹਾਂ ਨੇ ਸੇਵਾ ਕੀਤੀ ਹੈਗੀ ਹੈ ਕਿਸਾਨ ਸੰਘਰਸ਼ ਦੇ ਵਿੱਚ, ਉਸ ਤੋਂ ਬਾਅਦ ਕੋਈ ਫਰਕ ਪਿਆ ਨੋਟਸਾਂ ਦੇ ਵਿੱਚ, ਜਾਂ ਉਨੇ ਨੋਟਸ ਆ ਰਹੇ ਸੀ ਜਿਵੇਂ ਪਹਿਲਾਂ ਆਉਂਦੇ ਸੀ? ਸਾਡਾ ਮਿਸ਼ਨ ਜਿਹੜਾ ਹੈਗਾ ਲਾਈਕ ਉਹਦੇ ਵਿੱਚ ਜਾਨਾਂ ਬਚਾਉਣੀਆਂ ਹੈ। ਹਾਂ, ਤੁਸੀਂ ਗੱਲ ਭਾਈ ਕਨੇਈ ਦੀ ਕੀਤੀ ਸੀ ਨਾ ਪਹਿਲਾਂ ਜੀ, ਮਾਰਨ ਵਾਸਤੇ ਆ ਰਹੇ ਸੀ, ਜਾਂ ਜਿਉਂਦਿਆਂ ਨੂੰ ਫੜ ਲਿਓ ਜਾਂ ਮਾਰ ਦਿਓ, ਹੈ ਨਾ। ਉਸ ਤੋਂ ਪਹਿਲਾਂ ਚਾਂਦਨੀ ਚੌਂਕ 'ਚ ਕਿੰਨਾ ਕੁਛ ਹੋ ਚੁੱਕਿਆ ਸੀ। ਉਹਨਾਂ ਨੂੰ ਕਿਹਾ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾ ਰਹੇ ਹੋ? ਕਹਿੰਦੇ ਨਹੀਂ। ਕਹਿੰਦੇ ਸ਼ਰਮ ਝੂਠ ਬੋਲ ਰਹੇ ਹੈ? ਕਹਿੰਦੇ ਨਹੀਂ ਇਸ ਤਰ੍ਹਾਂ। ਬੜਾ ਤੁਹਾਨੂੰ ਪਤਾ ਹੀ ਹੈ ਨਾ, ਹਿਸਟਰੀ ਸਾਰੇ ਜਾਣਦੇ, ਮੈਂ ਟਾਈਮ ਨਾਲ ਲਾਵਾਂ ਇੱਧਰ। ਮਤਲਬ ਉਹਨਾਂ ਨੂੰ ਮਾਰਨ ਵਾਸਤੇ ਆ ਰਹੇ ਸੀ। ਮੈਂ ਹੁਣ ਉਹਨਾਂ ਦੀ ਨਹੀਂ ਗੱਲ ਕਰਦਾ, ਉਸ ਵੇਲੇ ਜਿਹੜਾ ਬੰਦਾ ਵੀ ਉੱਥੇ, ਭਾਵੇਂ ਪ੍ਰਸ਼ਾਸਨ ਹੈਗਾ ਉਹ, ਤੇ ਭਾਵੇਂ ਸਾਡਾ ਕੋਈ ਪੋਲੀਟੀਕਲ ਵੀਰ ਹੈਗਾ ਏ, ਜੇ ਉਹਨੂੰ ਦਵਾਈ ਦੀ ਲੋੜ ਪੈਂਦੀ ਉਹਨੂੰ ਦਿੰਦੇ। ਇਕੱਲੀ ਕਿਸਾਨਾਂ ਨੂੰ ਥੋੜ੍ਹਾ ਦਵਾਈ ਦਿੰਦੇ ਅਸੀਂ, ਜਾਂ ਮਿਹਨਤਕਸ਼ ਇਨਸਾਨ ਜਿਹੜੇ ਸੁਸਾਈਡ ਦੇ ਮਾਰਗ ਤੇ ਪੈ ਗਏ ਅੱਜ। ਕਿਉਂ? ਕਿਸਾਨ ਨੇ ਕਿੱਥੋਂ ਪੈਸੇ ਦੇਣੇ ਸੀ? ਜਦੋਂ ਫਸਲਾਂ ਦੇ ਰੇਟ, ਜਿਹੜਾ ਤੁਸੀਂ ਪ੍ਰੋਡਕਸ਼ਨ ਕੀਤੀ ਹੈਗੀ ਹੈ, ਉਹਨੂੰ ਪ੍ਰੋਡਕਸ਼ਨ ਕਰਨ ਦੇ ਲਈ ਤੇਲ ਚਾਹੀਦਾ ਸੀ, ਇਹਨਾਂ ਨੂੰ ਲਾਈਟ ਚਾਹੀਦੀ, ਜਾਂ ਕੁਛ ਹੋਰ ਕਿੰਨੇ ਸਾਰੇ ਲਾਈਕ ਕਰ ਲਓ, ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਹੁੰਦੀਆਂ ਇਹਨਾਂ ਨੂੰ ਪੈਦਾ ਕਰਨ ਦੇ ਲਈ। ਉਹ ਉਹਨਾਂ ਦੇ ਰੇਟ ਜਦੋਂ ਇੰਨੇ ਵੱਧ ਗਏ, ਜਦੋਂ ਚੀਜ਼ ਪੈਦਾ ਕੀਤੀ ਤੇ ਦੇਣ ਗਿਆ, ਤੇ ਉਸ ਵੇਲੇ ਉਹਨੂੰ ਉਹ ਰੇਟ ਨਾ ਮਿਲੇ, ਤੇ ਉਹਨੂੰ ਉਹਦੇ ਨਾਲ ਹੀ ਜੁੜਿਆ ਹੈ। ਹੁਣ ਜੇਕਰ ਉਹਨੂੰ ਲੋੜ ਪੈ ਗਈ ਆਪਣੇ ਬੱਚੇ ਨੂੰ ਐਡਮਿਸ਼ਨ ਕਰਾਉਣੀ ਹੈ, ਪੈਸਾ ਮਿਲ ਨਹੀਂ ਰਿਹਾ। ਹੁਣ ਗੱਲ ਆ ਰਹੀ ਸੀ ਵੀ ਗੰਨੇ ਦਾ ਪੈਸਾ ਨਹੀਂ ਮਿਲਿਆ, ਨਹੀਂ ਪੈਸਾ ਮਿਲਿਆ, ਕੀ ਗੱਲ ਜਿਹੜਾ ਦਵਾਈ ਲੈਣੀ ਸੀ ਮੈਡੀਕਲ ਸਟੋਰ ਆਧਾਰ ਕਰ ਲੇਗਾ? ਨਹੀਂ ਕਰ ਸਕਦਾ ਨਾ। ਕੀ ਕਰਨਗੇ ਕਿਸਾਨ? ਰੋਣਗੇ ਨਹੀਂ। ਤੇ ਫਿਰ ਉਹਨੇ ਅੱਗੇ ਜਿਹੜੇ ਮਿਹਨਤਕਸ਼ ਇਨਸਾਨ ਉਹਦੇ ਨਾਲ ਜੁੜੇ ਹੋਏ ਆ, ਜਿਹੜੇ ਕੰਮ ਕਰ ਰਹੇ ਉਹਦੇ ਖੇਤਾਂ ਦੇ ਵਿੱਚ,
ਉਹਨੂੰ ਪੈਸਾ ਕਿੱਥੋਂ ਦੇਊਗਾ ਜੇ ਮਿਲੇ ਹੀ ਨਹੀਂ ਅੱਗੇ? ਜੇ ਇੱਕ ਦਿਨ ਸਾਡੀ ਤਨਖਾਹ ਨਾ ਮਿਲੇ, 2 ਦਿਨ ਤਨਖਾਹ ਨਾ ਮਿਲੇ, ਲੇਟ ਹੋ ਜਾਵੇ 2 ਮਹੀਨੇ 3 ਮਹੀਨੇ, ਕੀ ਕਰੂੰਗੇ? ਸਾਲਾਂ ਬਾਅਦ ਜਦੋਂ ਨਾ ਮਿਲੇ, ਕੇਵਲ ਉਹਨਾਂ ਦੀ ਗੱਲ ਨਹੀਂ ਹੈਗੀ ਮੱਲਮ ਪੱਟੀਆਂ ਦੀ। ਮੱਲਮ ਪੱਟੀ ਉੱਥੇ ਜਿਹੜਾ ਮਰਜ਼ੀ ਆ ਜਾਏ, ਉੱਥੇ ਐਂਬੂਲੈਂਸ ਸਾਰਿਆਂ ਲਈ ਹਾਜ਼ਰ ਹੈ। ਤੇ ਇਸ ਕਰਕੇ ਮਤਲਬ ਇਹ ਚੀਜ਼ਾਂ ਦੇ ਵਿੱਚ ਪ੍ਰੋਬਲਮ ਜਿਹੜੀ ਹੈ ਕਿਉਂ ਹੈ, ਇਹਦਾ ਜਵਾਬ ਦੇ ਸਕਦੀ ਹੈ ਸਰਕਾਰ। ਪ੍ਰੋਬਲਮ ਵਧੀਆ, ਕੋਈ ਗੱਲ ਨਹੀਂ, ਕੋਈ ਸ਼ੱਕ ਨਹੀਂ ਕਿ ਘਟੀ ਹੋਵੇ। ਤਾਂ ਤੁਸੀਂ ਸਰਕਾਰ ਤੋਂ ਚਾਹੁੰਦੇ ਕਿਉਂ? ਸਰਕਾਰ ਤੋਂ ਚਾਹੁੰਦੇ ਕਿਉਂ? ਅੱਜ ਇਹ ਦੱਸੋ ਨਾ, ਤੁਸੀਂ ਸਰਕਾਰ ਤੋਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਨੂੰ ਜਗ੍ਹਾ ਹੋਰ ਦਿੱਤੀ ਜਾਵੇ, ਜਾਂ ਸਰਕਾਰ ਤੋਂ ਤੁਸੀਂ ਇਹ ਚਾਹੁੰਦੇ ਹੋ ਕਿ ਨਿਯਮ ਤੋੜ ਕੇ ਆ ਜਿਹੜੇ ਪਹਿਲਾਂ ਨਿਯਮ ਬਣੇ ਪਏ ਉਹਨਾਂ ਨੂੰ ਤੋੜ ਕੇ ਨਵੇਂ ਨਿਯਮ ਬਣਾਏ ਜਾਣ ਪ੍ਰਭ ਆਸਰਾ ਦੇ ਲਈ, ਸ਼ਮਸ਼ੇਰ ਸਿੰਘ ਹਰਾਂ ਦੇ ਲਈ, ਜਾਂ ਉਹਨਾਂ ਇਨਸਾਨਾਂ ਲਈ ਜਿਨ੍ਹਾਂ ਦੀ ਗੱਲ ਤੁਸੀਂ ਕਰਦੇ ਹੋ? ਕੀ ਕੀਤਾ ਜਾਵੇ? ਸਰਕਾਰ ਕਰੇਗੀ? ਮੈਂ ਪੁੱਛਣਾ ਚਾਹੁੰਦਾ ਵੀ ਇਹ ਡਿਊਟੀ ਚਲੋ ਮੈਂ ਨਾਮ ਨਹੀਂ ਸੀ ਯੂਜ਼ ਕਰਨਾ ਚਾਹੁੰਦਾ, ਇਹ ਡਿਊਟੀ ਸ਼ਮਸ਼ੇਰ ਸਿੰਘ ਦੀ ਹੈ ਕਿ ਪ੍ਰਭ ਆਸਰਾ ਦੀ ਕਿ ਸਰਕਾਰ ਦੀ ਹੈ? ਮੈਂ ਕੀ ਚਾਹੁੰਦਾ ਹੈਗਾ, ਦੇਸ਼ ਨਾਗਰਿਕ ਕਿਉਂ ਰੁਲ ਰਿਹਾ? ਸੰਵਿਧਾਨ ਮੁਤਾਬਕ ਉਹਦੀ ਹੈਲਪ ਕਿਉਂ ਨਹੀਂ ਹੋ ਰਹੀ? ਵਾਇਸਲੈਸ ਜੇ ਬਣ ਗਿਆ ਉਹਦਾ ਇਹੀ ਕਸੂਰ ਹੈ? ਸਾਰੀ ਉਮਰ ਕੰਮ ਕਰਨ ਵਾਲਾ ਜ਼ਿੰਦਗੀ ਦੇ ਅਖੀਰਲੇ ਸਮੇਂ ਜਿਹਨਾਂ ਸਟੇਟਾਂ ਚੱਲ ਰਹੀਆਂ, ਦੇਸ਼ ਚੱਲ ਰਹੇ हैं, ਉਹ ਲੋਕ ਸਾਡੇ ਸੀਨੀਅਰ IAS ਆਫੀਸਰ ਜਿਸ ਵੇਲੇ ਸੜਕ ਤੇ ਪੇ ਰੁਲਦੇ ਆ, ਜਿਸ ਵੇਲੇ ਸਾਡੇ ਡਾਕਟਰ ਜਿਹੜੇ ਸੀ ਇਹਨੇ ਲੋਕਾਂ ਦੀ ਜਾਨ ਬਚਾਉਣ ਵਾਲੇ ਕਿਸੇ ਹਾਲਾਤਾਂ ਕਰਕੇ ਇੱਦਾਂ ਰੁਲਦੇ, ਜਿਹੜੇ ਸਾਡੇ ਪ੍ਰੋਫੈਸਰ, ਹਵਾ 'ਚ ਨਹੀਂ ਮੈਂ ਗੱਲ ਕਰਦਾ, ਸਭ ਦਾ ਰਿਕਾਰਡ ਪਿਆ ਸਾਡੇ ਕੋਲ, ਜਿਸ ਵੇਲੇ ਸੜਕਾਂ ਤੇ ਰੁਲਦੇ ਆ, ਇਹ ਪ੍ਰੋਬਲਮ ਪ੍ਰਭ ਆਸਰਾ ਦੀ ਕਿ ਸਰਕਾਰ ਦੀ ਹੈ? ਮੈਂ ਕੀ ਚਾਹੁੰਦਾ ਹੈਗਾ, ਮੈਂ ਆਪਣੇ ਫੈਲੋ ਬੀਇੰਗ, ਆਪਣੇ ਦੇਸ਼ ਦਾ ਨਾਗਰਿਕ ਜਿਹੜਾ ਹੈਗਾ, ਉਹਨੂੰ ਸੜਕਾਂ ਤੇ ਰੁਲ ਕੇ ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਜਿਹੜਾ ਸ਼ਿਕਾਰ ਹੋ ਰਿਹਾ ਹੈ, ਮੈਂ ਕਹਿੰਦਾ ਨਹੀਂ ਹੋਣਾ ਚਾਹੀਦਾ, ਸਾਤੋਂ ਨਹੀਂ ਦੇਖ ਹੁੰਦਾ। ਮੈਂ ਇਹ ਚਾਹੁੰਦਾ ਹੈ, ਮੈਂ ਇਹ ਨਹੀਂ ਚਾਹੁੰਦਾ ਕਿ ਪ੍ਰਭ ਆਸਰਾ ਦੀ ਬਿਲਡਿੰਗ ਬਣਾਉਣ ਦੀ ਇਜਾਜ਼ਤ ਦਿਓ। ਕਿਉਂ? ਕੌਣ ਲੋੜ ਪ੍ਰਭ ਆਸਰਾ ਨੂੰ ਕਿਉਂ ਬਣਾਉਣੀ ਪਵੇ? ਚਲੋ ਨਾਮ ਜਿਹੜਾ ਹੁੰਦਾ ਕਿਸੇ ਮਾਰਦਾ ਤਾਂ ਨਹੀਂ ਹੈਗਾ, ਜਿਹੜੇ ਸੱਜਣ ਸਾਰੇ ਜੁੜੇ ਹੋਏ ਆ, ਜਿਹੜੇ ਵੀ ਹੁਣ ਦੇਖ ਰਹੇ ਆ, ਇਹਨਾਂ ਦਾ ਸਾਰਿਆਂ ਦੇ ਖੂਨ ਪਸੀਨੇ ਦੀ ਕਮਾਈ ਦਾ ਪੈਸਾ, ਇਹਨਾਂ ਦੀ ਇੱਛਾ ਹੈਗੀ ਹੈ ਸਾਰਿਆਂ ਦੀ ਕਿ ਨਹੀਂ ਯਾਰ ਆਪਣੇ ਦੇਸ਼ ਦੇ ਵਿੱਚ ਭਾਵੇਂ ਜਿਹੜੇ ਵਿਦੇਸ਼ਾਂ ਸਾਡੇ ਵੀਰ ਚਲੇ ਗਏ, ਜਿਵੇਂ ਕੁੜੀ ਕਹਿੰਦੀ ਹੈ ਨਾ ਵੀ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਆਉਣੀਆਂ ਚਾਹੀਦੀਆਂ, ਇੱਦਾਂ ਹੀ ਸਾਡੇ ਸਤਿਕਾਰਯੋਗ ਵੀਰ ਸਾਰੇ, ਉਹਨਾਂ ਦੀ ਫੀਲਿੰਗ ਜਿਹੜੀ ਹੈ ਜਦੋਂ ਗੱਲ ਕਰਦੇ ਆ ਉਹ 'ਚੋਂ ਇਹੀ ਨਿਕਲਦਾ ਕਿ ਨਹੀਂ, ਇਸ ਧਰਤੀ ਦੇ ਉੱਤੇ ਸਾਨੂੰ ਇਹ ਨਹੀਂ ਅਸੀਂ ਸੁਣਨਾ ਚਾਹੁੰਦੇ ਵੀ ਸੜਕ ਤੇ ਰੁਲ ਕੇ ਕੋਈ ਮਰ ਗਿਆ, ਕੋਈ ਤੜਫ ਕੇ ਮਰ ਗਿਆ, ਐਂਬੂਲੈਂਸ ਨੇ ਵੀ ਨਹੀਂ ਚੱਕਿਆ, ਹਸਪੀਟਲ ਨੇ ਰਿਸੀਵ ਵੀ ਨਹੀਂ ਕੀਤਾ, ਅਸੀਂ ਨਹੀਂ ਸੁਣਨਾ ਚਾਹੁੰਦੇ। ਚਲੋ ਮੇਰਾ ਇੱਕ ਹੋਰ ਸਵਾਲ ਤੁਹਾਨੂੰ ਤੰਗ ਕਰੂਗਾ, ਸ਼ਮਸ਼ੇਰ ਸਿੰਘ ਦੇ ਨਿੱਜੀ ਮਫਾਦ ਹੈ ਇਹ ਸਾਰਾ ਕੁਝ ਕਰਨਾ? ਨਿੱਜੀ ਮਫਾਦ ਹੈ, ਨਿੱਜੀ ਹਿੱਤ ਹੈ ਸ਼ਮਸ਼ੇਰ ਸਿੰਘ ਦੇ, ਆਪਦਾ ਪਰਿਵਾਰ ਪਾਲਣਾ? ਬਿਲਕੁਲ ਮੇਰਾ ਨਿੱਜੀ ਹਿੱਤ ਹੈ, ਪਰ ਨਿੱਜੀ ਨੂੰ ਸਮਝਣ ਦੀ ਲੋੜ ਹੈ। ਮੇਰਾ ਨਿੱਜੀ ਹੈ ਇਹ, ਮੈਂ ਫੇਰ ਕਹਿ ਰਿਹਾ ਹੈਗਾ, ਮੈਂ ਸੈਲਫ ਰਿਸਪੈਕਟ ਵਾਸਤੇ ਕਰ ਰਿਹਾ। ਸੈਲਫ ਰਿਸਪੈਕਟ ਜਿਹੜੀ ਹੈਗੀ ਹੈ, ਮੇਰੀ ਆਤਮਾ ਦੀ ਆਵਾਜ਼, ਮੇਰੀ ਜ਼ਮੀਰ ਦੀ ਆਵਾਜ਼ ਨੂੰ ਫੋਲੋ ਕਰਨਾ, ਦੈਟ ਇਜ਼ ਸੈਲਫ ਰਿਸਪੈਕਟ ਫॉर ਮੀ। ਤੇ ਮੈਂ ਉਹਦੇ ਲਈ ਕਰ ਰਿਹਾ ਹੈਗਾ, ਮੈਂ ਕਿਸੇ ਲਈ ਨਹੀਂ ਕਰ ਰਿਹਾ। ਤੇ ਜ਼ਮੀਰ ਦੀ, ਤੁਹਾਡੀ ਜ਼ਮੀਰ ਦੀ ਆਵਾਜ਼ ਹੈ, ਕਿਸੇ ਹੋਰ ਨੂੰ ਸਮਝ ਕਿਉਂ ਨਹੀਂ ਆ ਰਹੀ? ਤੇ ਨਹੀਂ ਆ ਰਹੀ ਤਾਂ ਉਹਦੀ ਪ੍ਰੋਬਲਮ ਹੋ ਸਕਦੀ ਹੈ ਨਾ। ਜਦੋਂ ਉਸ ਦੇ ਨਾਗਰਿਕ ਨੂੰ, ਉਸ ਦੇ ਰਿਸ਼ਤੇਦਾਰ ਨੂੰ, ਉਸ ਦੇ ਪਰਿਵਾਰ ਦੇ ਮੈਂਬਰ ਨੂੰ ਜਿਹੜੀ ਸਪੋਰਟ ਉਹਨੂੰ ਕਰਨੀ ਚਾਹੀਦੀ ਸੀ, ਬਹੁਤ ਸਾਰੇ ਕਾਰਨਾਂ ਕਰਕੇ, ਕਿਉਂਕਿ ਉਹਨੇ ਆਪਣੇ ਪਰਿਵਾਰ ਦੇ ਵਿੱਚ, ਹੁਣ ਉਸ ਇਨਸਾਨ ਨੇ ਬਹੁਤ ਮਿਹਨਤ ਕੀਤੀ। ਸਾਡੇ ਕੋਲ ਇੱਕ ਵਾਰ ਦਾਖਲ ਹੋਇਆ ਇੱਕ ਇਨਸਾਨ, ਮੈਂ ਐਗਜ਼ਾਮਪਲ ਦੇ ਰਿਹਾ ਛੋਟੀ ਜੀ ਉਹ ਕਹਿੰਦੇ ਸਾਡੇ ਕੋਲੋਂ ਦੇਖਿਆ ਨਹੀਂ ਗਿਆ, ਸਾਨੂੰ ਪਤਾ ਲੱਗਿਆ ਕਿ ਇਹ ਗਰਮੀ ਬਹੁਤ ਪੈ ਰਹੀ ਸੀ, ਕਹਿੰਦੇ ਵੀ ਪ੍ਰਭ ਆਸਰਾ ਵੀ ਸਾਰਿਆਂ ਨੂੰ ਸਹਾਰਾ ਦੇ ਦਿੰਦਾ ਹੈਗਾ, ਤੇ ਅਸੀਂ ਉਹਦਾ ਦੇਖਿਆ, ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ, ਕਹਿੰਦੇ ਆ ਲਓ ਜੀ DDR, ਤੇ ਅਸੀਂ ਫਟਾਫਟ ਉਹਦੀ DDR ਦੇਖ ਕੇ ਤੇ ਅਸੀਂ ਯਕੀਨ ਕਰ ਲਿਆ ਕਿ ਵਾਕਈ ਲਵਾਰਸ ਹੋਣਗੇ, ਤੇ ਅਸੀਂ ਉਹਨਾਂ ਦੀ ਫੋਟੋ ਲੈ ਕੇ ਤੇ ਇੱਕ ID ਪ੍ਰੂਫ ਲੈ ਕੇ ਫਟਾਫਟ ਉਹ ਦਾਖਲ ਕਰਕੇ ਹਸਪੀਟਲ ਸ਼ਿਫਟ ਕਰਤਾ। ਉਹਦੀ ਹਾਲਤ ਖਰਾਬ ਸੀ ਤੇ ਉਹਨਾਂ ਨੇ ਫਟਾਫਟ ਹੀ ਜਿਹੜਾ ਹਾਇਰ ਇੰਸਟੀਚਿਊਟ PGH ਤੇ ਉੱਥੇ ਸ਼ਿਫਟ ਕਰ ਦਿੱਤਾ। ਕੁਝ ਦਿਨਾਂ ਬਾਅਦ ਜਦੋਂ ਇੰਪਰੂਵ ਹੋਇਆ, ਡਿਸਚਾਰਜ ਹੋਇਆ, ਤੇ ਮੈਂ ਕਿਹਾ ਤੁਹਾਨੂੰ ਯਾਦ ਆਇਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਕਹਿੰਦੇ ਨਵਾਂ ਸ਼ਹਿਰ ਦਾ। ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਮਤਲਬ ਉਹਨੇ ਕੀਤੀਆਂ, ਤੇ ਫਿਰ ਮਤਲਬ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਕੇਸ ਹੈਗੇ, ਇਕੱਲਾ ਹੀ ਨਹੀਂ, ਲੁਧਿਆਣੇ ਦੇ ਹੋਰ ਜਗ੍ਹਾ ਦੇ ਵੀ ਕੇਸ ਹੈਗੇ ਆ। ਉਹਦੇ ਵਿੱਚ ਮੈਂ ਕਿਹਾ ਤੁਸੀਂ ਪਛਾਣ ਸਕਦੇ ਆ, ਉਹ ਵੀ ਨਵਾਂ ਸ਼ਹਿਰ ਦੇ ਸੀ, ਸ਼ਾਇਦ ਮੈਂ ਤੁਹਾਨੂੰ ਦਿਖਾਵਾਂ। ਕਹਿੰਦੇ ਮੇਰੀ ਫੈਮਿਲੀ, ਜਾਂ ਮੈਨੂੰ ਫੋਟੋ ਦਿਖਾਈ, ਤੇ ਉਹਨੇ ਕਿਹਾ ਵੀ ਨਹੀਂ ਮੈਂ ਆਪਣੀ ਫੈਮਿਲੀ ਨੂੰ ਮਿਲਣਾ ਚਾਹੁੰਦਾ, ਮੈਂ ਬਹੁਤ ਕਮਾਈ ਕੀਤੀ। ਮੈਂ ਤੁਸੀਂ ਕਿੱਥੇ ਸੀ? ਕਹਿੰਦੇ ਮੈਂ ਲੰਡਨ ਸੀ, ਮੈਂ ਉੱਥੇ ਬਹੁਤ ਕੰਮ ਕੀਤਾ, ਤੇ ਮੈਂ ਮੈਂ ਬਹੁਤ ਕੁਝ ਬਣਾਇਆ ਆਪਣੇ ਪਰਿਵਾਰ ਦੇ ਲਈ, ਮੈਨੂੰ ਮਿਲਾਓ। ਅਸੀਂ ਉੱਥੇ ਗਏ, ਨਾਲ ਜ਼ਿੰਮੇਵਾਰ ਬੰਦਿਆਂ ਨੂੰ ਲਿਆ। ਉੱਥੇ ਕੋਠੀ ਬਹੁਤ ਵੱਡੀ ਹੈ, ਪਰ ਮਿਲਿਆ ਕੋਈ ਵੀ ਨਹੀਂ ਹੈ। ਕੋਈ ਕਿਤੇ ਫੋਨ ਕਰ ਕਿਤੇ ਜੌਬ ਕਰ ਰਿਹਾ, ਕੋਈ ਕਿਤੇ ਜੌਬ ਕਰ ਰਿਹਾ। ਉਹਦੇ ਵਿੱਚ ਉਹਨਾਂ ਦਾ ਜੀਵਨ ਸਾਥੀ, ਉਹਨਾਂ ਦੇ ਬ੍ਰਦਰ, ਉਹਨਾਂ ਦਾ ਬੱਚਾ ਤੇ ਉਹਦਾ ਫਾਦਰ ਇਨ ਲਾ ਸਾਰੇ ਮੁੱਕਰ ਗਏ ਕਿ ਨਹੀਂ। ਫਿਰ ਅਸੀਂ ਉਹਨਾਂ ਨੂੰ ਬਹੁਤ ਤਰੀਕੇ ਨਾਲ ਗੱਲ ਕੀਤੀ ਵੀ ਅਜੇ ਨਹੀਂ, ਤੁਸੀਂ ਥੋੜੇ ਹੋਰ ਕਾਇਮ ਹੋ, ਤੇ ਫਿਰ ਤੁਸੀਂ ਆਪਣੇ ਜਾ ਸਕਦੇ ਹੋ ਘਰ, ਵੀ ਅਜੇ ਤੁਸੀਂ ਅਜੇ ਹਾਲਾਤ ਨਹੀਂ ਯਾਦ ਦੇ ਰਹੇ ਹਨ, ਉੱਥੇ ਮੰਨਣ ਨੂੰ ਤਿਆਰ ਨਹੀਂ ਹੈਗਾ। ਤੇ ਉਹਨੂੰ ਇੰਨਾ ਸਦਮਾ ਲੱਗਿਆ, ਫਿਰ ਹਸਪੀਟਲ ਸ਼ਿਫਟ ਹੋ ਗਿਆ, ਸੀਰੀਅਸ ਹੋਇਆ, ਮਿਲਣ ਲਈ ਤਰਸਦਾ ਰਿਹਾ, ਤੇ ਅਸੀਂ ਬਾਰ-ਬਾਰ ਫੋਨ ਕਰਦੇ ਰਹੇ, ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਇੱਕ ਦਿਨ ਆਪਣੇ ਨੂੰ ਮਿਲਣ ਲਈ ਤਰਸਦਾ ਹੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਕਈ ਕੇਸ ਹੈ ਇੱਦਾਂ ਦੇ, ਇਕੱਲਾ ਨਹੀਂ ਹੈਗਾ, ਵੱਡੇ ਵੱਡੇ ਹੋਟਲ ਚੱਲਦੇ ਨੇ ਚੰਡੀਗੜ੍ਹ ਦੇ ਵਿੱਚ, ਜਿਨ੍ਹਾਂ ਦੇ ਬੰਦੇ ਇਸ ਹਾਲਾਤ ਵਿੱਚ ਗਏ ਆ ਸੰਸਾਰ ਨੂੰ ਅਲਵਿਦਾ ਕਹਿ ਕੇ। ਜਿਸ ਵੇਲੇ ਡੈਥ ਹੋਈ ਹੈ, ਮੈਂ ਕਿਹਾ ਵੀ ਅਸੀਂ ਪੋਸਟਮਾਰਟਮ ਇਹਦਾ ਕਰਾਈਏ। ਕਹਿੰਦੇ ਜੀ 72 ਘੰਟੇ ਬੋਡੀ ਰੱਖਣੀ। ਮੈਂ ਕਿਹਾ ਵੀ 72 ਘੰਟੇ ਕੀ ਲਵਾਰਸ ਹੈ? ਕਹਿੰਦੇ ਹਾਂ। ਮੈਂ ਕਿਹਾ ਨਹੀਂ, ਵਾਰਸਾਂ ਦੇ ਹੁੰਦੇ, ਲਵਾਰਸ ਹੋਇਆ। ਫੋਨ ਦਿੱਤਾ ਪੁਲਿਸ ਨੂੰ, ਗੱਲ ਕੀਤੀ, ਸੇਮ ਚੀਜ਼ ਕੋਈ ਮੰਨਣ ਨੂੰ ਤਿਆਰ ਨਹੀਂ। ਉਹਨਾਂ ਨੇ ਕਿਹਾ ਵੀ ਇਹਦੀ ਡੈਥ ਹੋ ਗਈ ਹੈ,
ਉਹ ਕਹਿੰਦੇ ਸਾਨੂੰ ਹਰ ਕੀਮਤ ਤੇ ਡੈੱਡ ਬੋਡੀ ਚਾਹੀਦੀ ਹੈ, ਇਹਦੀ ਪ੍ਰਾਪਰਟੀ ਬਹੁਤ ਹੈਗੀ, ਸਾਡੀ ਪ੍ਰਾਪਰਟੀ ਕਿਵੇਂ ਨਾ, ਇਸ ਪ੍ਰਾਪਰਟੀਆਂ ਦੇ ਵਾਰਸ ਹੈ, ਇਹਨਾਂ ਦੇ ਵਾਰਸ ਨਹੀਂ, ਇਹ ਹਾਲਾਤ ਬਣੇ ਹੋਏ ਸਾਡੇ ਦੇਸ਼ ਦੇ ਵਿੱਚ। ਤੇ ਜਦੋਂ ਅਸੀਂ ਕਹਿੰਦੇ ਆ ਵੀ ਇਹਨਾਂ ਦੀ ਪ੍ਰਾਪਰਟੀ ਲਿੰਕ ਕਰਕੇ ਸਰਕਾਰ ਜਿਹੜੀ ਹੈਗੀ ਹੈ ਇਹਨਾਂ ਦਾ ਟ੍ਰੀਟਮੈਂਟ ਕਰਾ ਦੇਵੇ, ਜਾਂ ਜਿਨ੍ਹਾਂ ਨੇ ਇਹ ਨਜ਼ਰਅੰਦਾਜ਼ ਕਰਤਾ, ਇਹ ਪ੍ਰੂਵ ਹੋ ਗਿਆ ਵੀ ਜਿਹਦੀਆਂ DDR ਸਾਡੇ ਕੋਲ ਪਈਆਂ ਹੈ, ਉਹਨਾਂ ਦੀ ਪ੍ਰਾਪਰਟੀ ਸਰਕਾਰ ਅਕਵਾਇਰ ਕਰਕੇ ਇਹਨਾਂ ਲਈ ਲੋੜੀਂਦੇ ਰਿਹੈਬਿਲਿਟੇਸ਼ਨ ਸੈਂਟਰ ਬਣਾਵੇ। ਅਸੀਂ ਪ੍ਰਾਪਰਟੀਆਂ ਦੇ ਵਾਰਸ ਤਾਂ ਬਣਦੇ ਜਾ ਰਹੇ ਹਾਂ, ਭਾਈ ਕਨਈਆ ਦੇ ਵਾਰਸ ਕਿੱਥੇ ਆ ਹੁਣ ਸਾਰੇ? ਇਹ ਸਵਾਲ ਹੈ, ਇਹ ਸਵਾਲ ਹੈ ਸਾਡੇ ਸਾਹਮਣੇ। ਅਸੀਂ ਕਿਹੋ ਜਿਹੀ ਸੋਚ ਦੇ ਮਾਲਕ ਬਣ ਗਏ, ਆਪਣਾ ਪੇਟ ਭਰ ਕੇ, ਸਾਡੇ ਗਾਉਂਦੀਆਂ ਉੱਥੇ ਬੀਬੀਆਂ ਆਪਣਾ ਪੇਟ ਭਰ ਕੇ ਪਸ਼ੂ ਪੰਛੀ ਵੀ ਸੌਂਦੇ ਆ, ਆਪਣੇ ਬੱਚਿਆਂ ਤੋਂ ਵੀ ਪਾਲ ਲੈਂਦੇ ਆ, ਪਰ ਜੋ ਕਿਸੇ ਲੋੜਵੰਦ ਭੁੱਖੇ ਦੇ ਮੂੰਹ 'ਚ ਪਾਵੇ ਉਹ ਇਨਸਾਨ ਕਹਾਉਂਦੇ। ਕਹਿੰਦੇ ਆਪਣੇ ਦੁੱਖਾਂ ਤੇ ਪਸ਼ੂ ਪੰਛੀ ਵੀ ਕਰ ਲਾਉਂਦੇ ਆ, ਜੋ ਦੁਖੀਆਂ ਦਾ ਦੁੱਖ ਵੰਡਾਵੇ ਉਹ ਇਨਸਾਨ ਕਹਾਉਂਦੇ। ਇਹੋ ਜਿਹੀਆਂ ਚੀਜ਼ਾਂ ਅਕਸਰ ਹੀ ਗਾਈਆਂ ਜਾਂਦੀਆਂ। ਤੁਸੀਂ ਕੀ ਸੇਵਾਵਾਂ ਦਿੰਦੇ ਹੋ? ਇੱਕ ਤਾਂ ਤੁਸੀਂ ਜੋ ਆਪਣੇ ਪਰਿਵਾਰ ਨੂੰ ਦਿੰਦਾ ਹੈ ਇਨਸਾਨ, ਉਹਦੇ ਵਿੱਚ ਕੀ ਹੈ, ਉਹਨਾਂ ਦੀ ਕੇਅਰ ਹੈ, ਉਹਨਾਂ ਦਾ ਟ੍ਰੀਟਮੈਂਟ, ਉਹਨਾਂ ਦੀ ਐਜੂਕੇਸ਼ਨ ਹੈ, ਸਪੈਸ਼ਲ ਐਜੂਕੇਸ਼ਨ, ਜੋ ਚੀਜ਼ ਪਰਿਵਾਰ ਦੇ ਵਿੱਚ ਪ੍ਰਭ ਆਸਰਾ ਵਿੱਚ ਪਰਿਵਾਰ, ਸਕੂਲ, ਹਸਪੀਟਲ, ਇਹ ਵੀ ਸਾਰਾ ਕੁਝ ਹੀ ਮੈਂ ਕਿਹਾ ਵੋਕੇਸ਼ਨਲ ਟ੍ਰੇਨਿੰਗ ਤੋਂ ਲੈ ਕੇ ਜੋ ਕੁਝ ਵੀ ਆਪਣੇ ਪਰਿਵਾਰ ਨੂੰ ਬੱਚਾ, ਮਤਲਬ ਇੱਕ ਪਰਿਵਾਰ ਦੇ ਵਿੱਚ ਜੋ ਪਰਿਵਾਰ ਦੇ ਮੈਂਬਰ ਨੂੰ ਮਿਲਦਾ ਹੈ, ਬੱਚੇ ਨੂੰ ਮਿਲਦਾ ਹੈ, ਬਜ਼ੁਰਗ ਨੂੰ ਮਿਲਦਾ ਹੈ, ਇੱਕ ਨੇਕ ਪਰਿਵਾਰ ਦੇ ਵਿੱਚ ਉਹ 100% ਕੋਸ਼ਿਸ਼ ਹੁੰਦੀ ਹੈ। ਸਾਡੇ ਕੋਲ ਡਾਕਟਰ ਜਿਹੜਾ ਮੈਂਟਲੀ ਇਲ ਹੈ, ਜਿਹੜਾ ਡਿਸੇਬਲ ਹੈ, ਉਹਨੂੰ ਕੁਝ ਸਮਝ ਨਹੀਂ ਹੈਗੀ। ਅਸੀਂ ਮੈਂਟਲੀ ਇਲ ਹੈ, ਲਾਈਕ ਮੈਂਟਲ ਇਲਨੈਸ ਇਜ਼ ਦੀ ਡਿਜ਼ੀਜ਼ ਜਿਹੜੀ ਕਿਉਰੇਬਲ ਹੈਗੀ ਹੈ। ਬਹੁਤ ਲੋਕ ਹੈ ਜਿਹੜੇ ਸਾਡੇ ਕੋਲ 1950 ਦੇ ਕਰੀਬ ਦਾਖਲ ਹੋਏ ਆ, ਜਿਨ੍ਹਾਂ ਦੇ ਵਿੱਚੋਂ ਲਗਭਗ ਪੌਣੇ 1300 ਤੋਂ ਵੀ ਉੱਪਰ ਹੋਣੇ ਇਸ ਵੇਲੇ, ਜਿਹੜੇ ਰੀਯੂਨਾਈਟ ਹੋ ਗਏ ਆਪਣੀ ਫੈਮਿਲੀਜ਼ ਦੇ ਨਾਲ। ਬਹੁਤ ਸਾਰੇ ਲੋਕ ਹੈ ਜਿਹੜੇ ਕਿ ਇਸ ਵੇਲੇ ਜਿਨ੍ਹਾਂ ਦਾ ਟ੍ਰੀਟਮੈਂਟ ਤੇ ਉਹਨਾਂ ਦੀ ਰੀਹੈਬਿਲਿਟੇਸ਼ਨ ਦਾ ਉੱਥੇ ਕੰਮ ਚੱਲ ਰਿਹਾ, ਜਿਹਦੇ ਵਿੱਚ 14 ਪਲੱਸ ਡਾਕਟਰ ਅਲੱਗ-ਅਲੱਗ ਜਿਹੜੇ ਸਪੈਸ਼ਲਿਸਟ ਹੈਗੇ ਉਹਨਾਂ ਦੀ ਸੇਵਾ 'ਚ ਲੱਗੇ ਆ, ਫਿਜ਼ੀਓਥੈਰੇਪਿਸਟ ਲੱਗੇ ਹੋਏ ਉਹਨਾਂ ਦੀ ਫਿਜ਼ੀਓਥੈਰੇਪੀ ਵਾਸਤੇ। ਉੱਥੇ ਲਾਈਕ ਮੈਡੀਕਲ ਦਾ 24 ਘੰਟੇ ਜਿਹੜਾ ਉੱਥੇ ਸਰਵਿਸਿਜ਼ ਹੈ ਉਹ ਸੰਗਤ ਦੇ ਸਹਿਯੋਗ ਦੇ ਨਾਲ ਅਵੇਲੇਬਲ ਹੈ। ਅਸੀਂ ਮਤਲਬ ਇਹੀ ਬੇਨਤੀ ਕਰ ਰਹੇ ਹਾਂ ਵਾਰ-ਵਾਰ ਵੀ ਇੱਕ ਇਹੋ ਜਿਹਾ ਕਾਫਲਾ ਬਣਾ ਲਈਏ। ਜੇਕਰ ਹੁਣ ਚਲੋ ਕੋਈ ਗੱਲ ਨਹੀਂ, ਸਰਕਾਰ ਜਿਹੜੀ ਹੈਗੀ ਹੈ ਵੀ ਉਹਨੂੰ ਜ਼ਰੂਰ ਇਹ ਜਿਹੜੇ ਬਣਾਏ ਹੋਏ ਐਕਟ ਐਂਡ ਸੰਵਿਧਾਨ ਦੇ ਮੁਤਾਬਕ ਆਪਣੇ ਨਾਗਰਿਕ ਨੂੰ ਸੰਭਾਲਣ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਕੋਆਰਡੀਨੇਸ਼ਨ ਟੀਮਸ ਬਣਾਉਣੀਆਂ ਚਾਹੀਦੀਆਂ ਡਿਸਟ੍ਰਿਕਟ ਲੈਵਲ ਤੇ, ਕਿ ਆਪਣੇ ਦੇਸ਼ ਦਾ ਨਾਗਰਿਕ ਜਿਹੜਾ ਹੈਗਾ ਐਮਰਜੈਂਸੀ ਹੈਲਪਲਾਈਨ ਨੂੰ ਯਕੀਨੀ ਬਣਾਓ ਕਿ ਐਮਰਜੈਂਸੀ ਦੇ ਵਿੱਚ ਉਹ ਹੈਲਪ ਕਰੇ। ਜੇ ਨਹੀਂ ਕਰਦੀ ਫਿਰ ਕੀ ਹੋਏਗਾ? ਇਹ ਚੀਜ਼ ਦੇ ਲਈ ਮਤਲਬ ਸਰਕਾਰ ਜਿਹੜੀ ਹੈ ਵਿਸ਼ੇਸ਼ ਧਿਆਨ ਦੇਵੇ, ਤਾਂ ਕਿ ਆਪਣਾ ਨਾਗਰਿਕ ਜਿਹੜਾ ਹੈਗਾ ਸਾਰੀ ਉਮਰ ਕੰਮ ਕਰਨ ਵਾਲਾ, ਟੈਕਸ ਦੇਣ ਵਾਲਾ, ਆਪਣੇ ਹੀ ਦੇਸ਼ ਦੇ ਵਿੱਚ ਲਵਾਰਸ ਹੋ ਕੇ, ਸੀਰੀਅਸ ਹੋ ਕੇ, ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦਾ ਹੈ, ਮੌਤ ਦੇ ਮੂੰਹ 'ਚ ਨਾ ਪਵੇ। ਇਹ ਸਾਰਾ ਕੁਝ ਫੀਲਿੰਗਸ ਨਾਲ ਜੁੜਿਆ ਹੋਇਆ। ਮੈਂ ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ, ਤੁਹਾਡੀਆਂ ਫੀਲਿੰਗਸ ਉਦੋਂ ਹਰਟ ਹੁੰਦੀਆਂ ਜਦੋਂ ਸਰਕਾਰਾਂ ਤੁਹਾਨੂੰ ਨੋਟਿਸ ਭੇਜਦੀਆਂ? ਬਿਲਕੁਲ ਨਹੀਂ ਹਟ ਹੁੰਦੀਆਂ। ਨਹੀਂ ਹਟ ਹੁੰਦੀਆਂ। ਚਲੋ ਤੁਸੀਂ ਇਹ ਕਹਿ ਰਹੇ ਹੋ। ਕਦੇ ਸ਼ਮਸ਼ੇਰ ਸਿੰਘ ਬਹੁਤ ਉੱਚੀ ਰੋਏ ਹੋਣ? ਕੋਈ ਇਹੋ ਜਿਹਾ ਕੇਸ ਤੁਹਾਡੇ ਸਾਹਮਣੇ ਆਇਆ ਹੋ? ਕੋਈ ਇਹੋ ਜਿਹਾ ਕੇਸ ਹੈ? ਨਹੀਂ, ਰੋਏ ਇਸ ਕਰਕੇ ਵੀ ਮੈਂ ਹੁਣ ਤੱਕ ਨਾ ਛੋਟਾ ਜਿਹਾ ਕੰਮ ਨੂੰ ਲੱਗਿਆ ਹੋਇਆ ਸਾਡੇ ਮਤਲਬ ਸਮਾਜ ਦੇ ਵਿੱਚ, ਜਿਵੇਂ ਮਤਲਬ ਕਈ ਤਰੀਕਿਆਂ ਨਾਲ ਮੈਂ ਗੱਲ ਮਹਿਸੂਸ ਕਰ ਦਿੰਦਾ ਵੀ ਜਿਵੇਂ ਸਾਡੀਆਂ ਹਾਈਵੇ ਸਾਰੀਆਂ ਟੁੱਟੀਆਂ ਪਈਆਂ ਤੇ ਮੈਂ ਇੱਕ ਛੋਟੇ ਜਿਹੇ ਪਿੰਡ ਦੀ ਛੋਟੀ ਜਿਹੀ ਗਲੀ ਨੂੰ ਲੱਗਿਆ ਹੋਇਆ, ਮੈਂ ਇੰਨਾ ਸਲੋ ਕਿਉਂ ਹਾਂ? ਮੈਂ ਕਿਉਂ ਨਹੀਂ ਕੁਝ ਕਰ ਪਾ ਰਿਹਾ? ਜ਼ਿੰਦਗੀ ਜਿਹੜੀ ਹੈਗੀ ਉਹਦਾ ਬੜਾ ਲਿਮਿਟਿਡ ਪੀਰੀਅਡ ਹੈਗਾ ਤੇ ਮੈਂ ਬਹੁਤ ਕੁਝ ਕਰਨਾ ਹੈ, ਤੇ ਜੇ ਕੀ ਹੋਇਆ ਕੁਝ ਵੀ ਨਹੀਂ ਹੈਗਾ। ਮੇਰੇ ਫੈਲੋ ਬੀਇੰਗ ਜਿਹੜੇ ਹੈਗੇ ਆ ਅਜੇ ਇਸ ਵੇਲੇ ਹਾਲਾਤਾਂ 'ਚ ਰੋਲ ਰਹੇ, ਇਸ ਨੂੰ ਫੀਲ ਕਰਕੇ ਕਈ ਵਾਰ ਅਥਰੂ ਆ ਜਾਂਦੇ ਅੱਖਾਂ 'ਚ। ਅਸੀਂ ਇਮੋਸ਼ਨਲੈਸ ਕਿਉਂ ਹੋ ਗਏ ਹਾਂ? ਮੈਂ ਖੁਦ ਹਾਂ, ਇਮੋਸ਼ਨਸ ਸਾਡੇ ਦੂਰ ਹੁੰਦੇ ਜਾ ਰਹੇ ਆ ਸਾਡੇ ਕੋਲ। ਚਲੋ ਤੁਹਾਡੇ ਤਾਂ ਨਹੀਂ ਹੋ ਰਹੇ, ਤੁਸੀਂ ਇਹੀਆਂ ਗੱਲਾਂ ਕਰ ਰਹੇ ਹੋ, ਪਰ ਜਾਨੀ ਸਾਡੇ ਮੈਂ ਗੱਲ ਉਹੀ ਕੀਤੀ ਸੀ ਵੀ ਸਾਨੂੰ ਇਨਸਾਨ ਬਣਨ ਦੀ ਐਜੂਕੇਸ਼ਨ, ਸਾਨੂੰ ਇਨਵਾਇਰਨਮੈਂਟ ਜਿਹੜਾ ਮਾਂ ਦੇ ਪੇਟ ਤੋਂ ਲੈ ਕੇ ਅਖੀਰਲੇ ਦਮ ਤੱਕ ਪ੍ਰਭਾਵਿਤ ਕਰਦਾ, ਸਾਨੂੰ ਇਨਵਾਇਰਨਮੈਂਟ ਨਹੀਂ ਮਿਲ ਰਿਹਾ, ਜਿਸ ਕਰਕੇ ਅੱਜ ਅਸੀਂ ਲਾਈਕ ਕਹਿੰਦੇ ਸੁਣ ਕੇ ਹੈ ਨਾ, ਪਵਿੱਤਰ ਗ੍ਰੰਥਾਂ ਨੂੰ ਪੜ੍ਹਦੇ ਜੀ ਬੜਾ ਕਲੀਅਰ ਦੱਸਿਆ ਕਿ ਸਾਰੇ ਇੱਕ ਨੂੰ ਬਿਲੋਂਗ ਕਰਦੇ ਹੈਗੇ ਆ। ਸੁਣ ਕੇ ਜਿਹੜੇ ਹੈ ਅਸੀਂ ਮਤਲਬ ਪੱਥਰ ਹੋ ਗਏ ਆ, ਪੜ੍ਹ ਕੇ ਵੀ ਮਤਲਬ ਅਸੀਂ ਬਿਲਕੁਲ ਕਠੋਰ ਹੋ ਗਏ ਆ। ਪਰ ਜਿਸ ਪੜ੍ਹਨੇ ਸੁਣਨ ਦੇ ਨਾਲ ਬੰਦਾ ਅੰਦਰਲੀ ਜ਼ਮੀਰ ਜਾਗਦੀ ਹੈ, ਇਨਸਾਨ ਬਣਦਾ। ਉਹ ਪੜ੍ਹਨਾ ਤੇ ਹੋਰ ਹੈ, ਉਹ ਤਾਂ ਚੱਜ ਸਿੱਖਣ ਲਈ ਪੜ੍ਹਨਾ ਸੀ। ਅੱਜ ਉਹਨੇ ਸੁਰਤ ਉੱਚੀ ਚੱਕਣ ਲਈ ਲਿਖਿਆ ਹੈ, ਅਸੀਂ ਸੁੱਖਾਂ ਸੋਖਣ ਲਈ ਪੜ੍ਹੀ ਜਾਂਦੇ ਹਾਂ। ਐਦਾਂ ਹੀ ਜਿਹੜਾ ਪੜ੍ਹਨ ਦਾ ਮਤਲਬ ਕਿਸੇ ਨੌਲੇਜ ਲੈਣੀ ਸੀ, ਪਰ ਅਸੀਂ ਤਾਂ ਸਾਡਾ ਮਕਸਦ ਉਹ ਚੱਜ ਅਚਾਰ ਸਿੱਖ, ਗੁਰਮਿਲ ਚੱਜ ਅਚਾਰ ਸਿੱਖ, ਚੱਜ ਸਿੱਖ ਲੈ। ਉਹ ਕਹਿੰਦੇ ਇਨਸਾਨ ਬਣ ਜਾ, ਕਹਿੰਦੇ ਹੁਕਮ ਪਛਾਣਾ ਸੋ ਇੱਕੋ ਜਾਣਾ, ਬੰਦਾ ਕੀ ਹੈ ਸੋਈ, ਇੱਕ ਸੱਚ ਨੂੰ ਪਛਾਣ ਲੈ, ਇੱਕੋ ਧਰਮ ਦੇ ਜਿਹੜਾ ਸੱਚ ਕੋਈ, ਉਹਨੂੰ ਸਿੱਖ ਲੈ, ਉਹ ਧਰਮ ਸੱਚ ਜਿਹੜਾ ਹੈਗਾ ਉਹਨੂੰ ਸਿੱਖ ਲੈ। ਉਹ ਅਸੀਂ ਤਾਂ ਮਤਲਬ ਪਤਾ ਹੀ ਨਹੀਂ, ਬਾਬਾ ਨਾਨਕ ਨੇ ਤੇ ਗੁਰੂ ਸਾਹਿਬ ਕਹਿੰਦੇ ਧਰਮ ਦਿਆ ਕਾ ਭੂਤ ਹੈ, ਧੌਲ ਧਰਮ ਦਿਆ ਕਾ ਭੂਤ ਹੈ। ਕੋਈ ਐਕਸ਼ਨ ਸਾਡਾ ਸਿੱਧ ਕਰ ਦੇਵੇ। ਤੁਸੀਂ ਵੇਦਾਂ ਨੂੰ ਪੜ੍ਹ ਲਓ, ਤੁਸੀਂ ਗੀਤਾ ਨੂੰ ਪੜ੍ਹ ਲਓ, ਪਵਿੱਤਰ ਗ੍ਰੰਥਾਂ ਨੂੰ ਪੜ੍ਹ ਲਓ, ਉਹਨਾਂ ਦੀ ਹਿਸਟਰੀ ਪੜ੍ਹ ਲਓ। ਨਾਨਕ ਤਿੰਨ ਕਾ ਸੰਗ ਸਾਥ ਵੱਡਿਆਂ ਸੋ ਕਿਆ ਰੀਸ, ਜਿੱਥੇ ਨੀ ਸੰਭਾਲੀ ਤਿੱਥੇ ਨਦਰ ਤੇਰੀ ਬਖਸ਼ੀਸ਼। ਇੱਕ ਤਾਂ ਮੰਨ ਲਓ ਨਾਨਕ ਤਿੰਨ ਕਾ ਸੰਗ ਸਾਥ ਹੈ, ਜਿੱਥੇ ਉਹਨਾਂ ਦੀ ਨਾਨਕ ਤਿੰਨ ਕਾ ਸੰਗ ਸਾਥ ਵੱਡਿਆਂ ਸੋ, ਜਿੱਥੇ ਨੀ ਸੰਭਾਲੀ ਤਿੱਥੇ ਨਦਰ ਤੇਰੀ ਬਖਸ਼ੀਸ਼। ਤੁਸੀਂ ਗੱਲ ਕਰੀ ਸੀ ਪੈਸੇ ਦੀ, ਟ੍ਰਾਂਸਪੇਰੈਂਸੀ ਦੀ। ਪੈਸਾ ਨੈਟ ਤੇ ਪਿਆ ਸਾਡਾ ਸਾਰੀ 3 ਮਹੀਨੇ ਬਾਅਦ ਜਿਹੜੀ ਬਾਹਰੋਂ ਕੋਈ ਸੱਜਣ ਜੇ ਸਪੋਰਟ ਕਰਦਾ, ਪਰ ਅੱਜ ਕੱਲ੍ਹ ਉਹ 'ਤੇ ਵੀ ਰੋਕ ਲੱਗ ਗਈ ਹੈ ਤੇ ਉਹਦੇ ਵੀ ਸਾਰੀਆਂ ਫਾਰਮੈਲਿਟੀਆਂ ਕਰਨ ਤੋਂ ਬਾਅਦ ਮੈਂ ਕਿਹਾ ਰੀਜ਼ਨ, ਕਹਿੰਦੇ ਅਦਰ ਰੀਜ਼ਨ, ਅਦਰ ਕਿਹੜਾ? ਕੋਈ ਜਵਾਬ ਨਹੀਂ ਮਿਲ ਰਿਹਾ। ਚਲੋ ਆਸ ਹੈ ਵੀ ਸਰਕਾਰ ਇੱਕ ਦਿਨ ਸਮਝੂਗੀ ਵੀ ਅਸੀਂ ਰਲ ਮਿਲ ਕੇ ਆਪਣੇ ਨਾਗਰਿਕ ਨੂੰ ਸੰਭਾਲਣਾ। ਸਾਡੇ ਬਹੁਤ ਸਾਰੇ ਸੋਸ਼ਲ ਵਰਕਰ, ਬਹੁਤ ਸਾਰੇ ਨਾਗਰਿਕ ਜਿਹੜੇ ਹੈਗੇ ਆ ਆਪਣੇ ਨਾਗਰਿਕ ਨੂੰ ਸੰਭਾਲਣਾ ਚਾਹੁੰਦੇ ਆ, ਬਚਾਉਣਾ ਚਾਹੁੰਦੇ ਆ। ਸਰਕਾਰ ਜ਼ਰੂਰ ਇਹਦੇ ਵਿੱਚ ਮੈਨੂੰ ਆਸ ਹੈ ਇੱਕ ਦਿਨ ਸਮਝੂਗੀ, ਵਿਚਾਰੂਗੀ, ਪਰ ਉਹ ਸਾਡੀ 3 ਮਹੀਨੇ ਬਾਅਦ
ਆਡਿਟ ਸਾਰਾ ਪੈਸਾ ਕਿੰਨਾ ਆਇਆ ਅਕਾਊਂਟ ਦੇ ਵਿੱਚ, ਕਿੱਥੇ ਖਰਚ ਗਿਆ, ਤੇ ਜਿਹੜਾ ਇੱਥੇ ਇੰਡੀਆ ਵਾਲਾ ਸਾਰਾ ਅਕਾਊਂਟ ਹੈ ਨੈਟ ਤੇ ਪਿਆ ਹੈਗਾ, ਕਿੰਨੇ ਪੈਸੇ ਆਏ, ਕਿੱਥੇ ਖਰਚੇ ਗਏ, ਸਾਰਾ ਕੁਝ ਚਲੋ। ਇਹ ਬੜਾ ਕਲੀਅਰ। ਬਹੁਤ ਧੰਨਵਾਦ ਸ਼ਮਸ਼ੇਰ ਸਿੰਘ ਜੀ, ਤੁਸੀਂ ਸੱਚ ਦੀ ਗੱਲ ਕੀਤੀ ਹੈ, ਤੁਸੀਂ ਇਨਸਾਨ ਦੀ ਗੱਲ ਕੀਤੀ ਹੈ, ਸੰਵਿਧਾਨ ਦੀ ਗੱਲ ਕੀਤੀ ਹੈ। ਤੁਹਾਡੀ ਸਫਾਈ ਹੈ ਜਿਹੜੀ, ਤੁਹਾਡੇ ਵੱਲੋਂ ਦਿੱਤੇ ਗਏ ਤੱਥ ਹੈ ਜਿਹੜੇ, ਉਹ ਲੋਕਾਂ ਨੂੰ ਕਿੰਨੇ ਸਮਝ ਆਉਂਦੇ ਆ, ਦਰਸ਼ਕਾਂ ਨੂੰ ਕਿੰਨੇ ਸਮਝ ਆਉਂਦੇ, ਸਰਕਾਰਾਂ ਨੂੰ ਕਿੰਨੇ ਸਮਝ ਆਉਂਦੇ, ਇਹ ਭਵਿੱਖ ਦੀ ਗੋਦ ਵਿੱਚ ਪਿਆ ਸ਼ਮਸ਼ੇਰ ਸਿੰਘ ਜੀ। ਬਹੁਤ ਧੰਨਵਾਦ। ਤੁਸੀਂ ਮੌਕਾ ਦਿੱਤਾ ਵੌਇਸਲੈਸ ਦੀ ਵੌਇਸ, ਅੱਜ ਜਿਹੜੀ ਇਹ ਨਿਊਜ਼ ਜਿਹੜੀ ਹੈਗੀ ਹੈ, ਜਿਹੜਾ ਕਿ ਸਮਾਜ ਦੀ ਤਸਵੀਰ, ਸਾਡੇ ਸਮਾਜ ਦੀ ਜਿਹੜੀ ਹੈਗੀ ਹੈ, ਵੀ ਅਸੀਂ ਪਹੁੰਚ ਗਏ ਬਹੁਤ ਦੂਰ, ਚੰਦਰਮਾ ਤੋਂ ਵੀ ਅੱਗੇ ਪਹੁੰਚ ਗਏ ਹਾਂ, ਪਰ ਸਾਡੀ ਧਰਤੀ ਤੇ ਕਮ ਸੇ ਕਮ ਉਹਨੂੰ ਬੇਸਿਕ ਨੀਡ, ਬਿਨਾਂ ਸ਼ਰਤ ਜਿਹੜੀ ਹੈਗੀ ਉਹਦੀ ਬੇਸਿਕ ਨੀਡ ਨੂੰ ਤਰਸ ਰਹੇ, ਠੀਕ ਹੋਣ ਦੇ ਮੌਕੇ ਨੂੰ ਤਰਸ ਰਹੇ ਇਨਸਾਨ ਜਿਹੜੇ ਹੈਗੇ ਆ, ਉਹਨਾਂ ਵੱਲ ਵੀ ਝਾਤੀ ਮਾਰਨੀ ਜ਼ਰੂਰੀ ਹੈ ਅੱਗੇ ਵਧਣ ਤੋਂ ਪਹਿਲਾਂ। ਚਲੋ, ਬਹੁਤ ਧੰਨਵਾਦ ਸ਼ਮਸ਼ੇਰ ਸਿੰਘ। ਬਹੁਤ ਬਹੁਤ ਧੰਨਵਾਦ। ਇੱਕ ਵੱਖਰੇ ਤਰ੍ਹਾਂ ਦਾ ਅਹਿਸਾਸ ਹੈ, ਵੱਖਰੇ ਤਰ੍ਹਾਂ ਦੇ ਸਵਾਲ ਹੈ, ਵੱਖਰੇ ਤਰ੍ਹਾਂ ਦੇ ਜਵਾਬ ਹੈ, ਪਰ ਇਸ ਜਵਾਬ ਦੇ ਵਿਚਾਲੇ, ਇਸ ਸਵਾਲ ਦੇ ਵਿਚਾਲੇ ਇਨਸਾਨ ਪਤਾ ਨਹੀਂ ਕਿੱਥੇ ਗੁੰਮ ਹੋ ਗਿਆ। ਜਿਨ੍ਹਾਂ ਦੀ ਗੱਲ ਅਸੀਂ ਕਰਦੇ ਹਾਂ, ਭਾਈ ਕਨਈਆ ਦੇ ਵਾਰਸਾਂ ਦੀ ਗੱਲ ਕਰਦੇ ਹਾਂ ਅਸੀਂ, ਜਿਹੜੇ ਕਿ ਕਹਿੰਦੇ ਸੀਗੇ ਕੋਈ ਵੀ ਹੋਵੇ ਉਹਦਾ ਮੂੰਹ ਹੈ ਜਿਹੜਾ ਪਿਆਸਾ ਨਹੀਂ ਰਹਿਣਾ ਚਾਹੀਦਾ, ਉਹਦਾ ਢਿੱਡ ਹੈ ਭੁੱਖਾ ਨਹੀਂ ਰਹਿਣਾ ਚਾਹੀਦਾ ਗਾ। ਇਹ ਭੁੱਖ ਪਿਆਸ ਦਾ ਮਸਲਾ ਹੈ ਤੇ ਇਨਸਾਨ ਦਾ ਮਸਲਾ ਹੈ। ਉਸ ਮਸਲੇ ਨੂੰ ਕਿਵੇਂ ਨਜਿੱਠਿਆ ਜਾਂਦਾ ਹੈ, ਸਵਾਲ ਸਰਕਾਰਾਂ ਅੱਗੇ ਪਏ ਹੈ, ਕਿਉਂਕਿ ਸੰਵਿਧਾਨ ਦੇ ਵਿੱਚ ਕਿਹਾ ਗਿਆ ਤੁਹਾਡੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈਗੀ ਹੈ। ਇਹ ਕਿੰਨੇ ਸੱਚੇ ਹੈਗੇ ਆ, ਕਿੰਨੇ ਝੂਠੇ ਹੈਗੇ ਆ, ਇਹਨਾਂ ਨੋਟਸ ਕਿਉਂ ਜਾਰੀ ਹੋ ਰਿਹਾ, ਇਹਨਾਂ ਸਵਾਲਾਂ ਦੇ ਜਵਾਬ ਇਹ ਦੇਣਗੇ। ਪਰ ਜਿਹੜੇ ਤੁਹਾਡੇ ਮਨ ਵਿੱਚ ਸਵਾਲ ਹੈਗੇ ਆ, ਮੈਂ ਪੁੱਛੇ ਜ਼ਰੂਰ ਆ ਤੇ ਅੱਗੇ ਵੀ ਪੁੱਛੂੰਗਾ। ਬਹੁਤ ਧੰਨਵਾਦ।